Hello everyone, I am Lakhvinder Singh from Kanti Academy Moxa। ਆਪਣਾ ਟੌਪਿਕ ਚੱਲ ਰਿਹਾ ਜੀ ਸਿੰਪਲ ਇੰਟਰਸਟ ਦਾ ਤੇ ਸਿੰਪਲ ਇੰਟਰਸਟ ਦੀ ਅੱਜ 4th ਵੀਡੀਓ ਆ। ਇਹਦੇ ਵਿੱਚ ਕੁਝ ਕੁਐਸਚਨ ਕਰਾਂਗੇ 7 ਤੋਂ 8 ਸਾਰੇ ਦੇ ਸਾਰੇ ਕੁਐਸਚਨ ਐਗਜ਼ਾਮ ਦੇ ਵਿੱਚ ਆਏ ਹੋਏ ਨੇ, ਪ੍ਰੀਵੀਅਸ ਈਅਰ ਕੁਐਸਚਨਸ ਨੇ, ਇੰਪੋਰਟੈਂਟ ਨੇ। ਇਸ ਤੋਂ ਪਹਿਲਾਂ ਸਿੰਪਲ ਇੰਟਰਸਟ ਦੀਆਂ 3 ਵੀਡੀਓਜ਼ ਆ ਚੁੱਕੀਆਂ ਜੀ। ਇਹਨੂੰ ਦੇਖਣ ਤੋਂ ਪਹਿਲਾਂ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖਿਆ ਜਾਵੇ, ਫਿਰ ਹੀ ਤੁਹਾਨੂੰ ਇਹ ਵੀਡੀਓ ਸਮਝ ਆਊ। ਠੀਕ ਹੈ ਜੀ, ਚਲੋ ਕਰਦੇ ਹਾਂ ਸਟਾਰਟ। ਫਸਟ ਕੁਐਸਚਨ ਆਪਣੇ ਕੋਲੇ A person lent certain sum of money at 5% per annum simple interest and in 15 years 15 ਸਾਲਾਂ ਵਿੱਚ the interest amounted to rupees 250 less than the sum lent। ਉਹ ਕਹਿੰਦੇ ਜੀ ਆਪਾਂ ਕੋਈ ਨਾ ਕੋਈ ਪੈਸੇ ਉਧਾਰੇ ਲਏ, ਆਪਾਂ ਨੂੰ ਨਹੀਂ ਪਤਾ ਵੀ ਕੋਈ ਨਾ ਕੋਈ ਪ੍ਰਿੰਸੀਪਲ ਆਪਾਂ ਉਧਾਰਾ ਲਿਆ, ਉਹਦੇ ਉੱਪਰ ਵਿਆਜ ਬਣਦਾ 15 ਸਾਲ ਵਿੱਚ। ਕਿੰਨੇ ਸਾਲ 'ਚ? 15 ਸਾਲ ਬਾਅਦ। ਆਪਣਾ ਰੇਟ ਆਫ ਇੰਟਰਸਟ ਕਿੰਨਾ ਲੱਗ ਰਿਹਾ ਉਹਦੇ 'ਤੇ? 5%। ਉਹ ਕਹਿੰਦੇ ਜਿਹੜਾ ਵਿਆਜ ਬਣਦਾ ਨਾ, ਇੰਟਰਸਟ ਅਮਾਊਂਟਡ ਟੂ ਰੁਪੀਜ਼ 250 ਲੈਸ ਦੈਨ ਦਾ ਸਮ ਲੈਂਟ। ਉਹ ਜਿੰਨੇ ਪੈਸੇ ਆਪਾਂ ਵਿਆਜ 'ਤੇ ਲਏ ਸੀ, ਮਤਲਬ ਪ੍ਰਿੰਸੀਪਲ, ਉਹਦੇ ਨਾਲੋਂ 250 ਰੁਪਈਆ ਘੱਟ। ਠੀਕ, ਮੰਨ ਲਓ ਵੀ ਜੇ ਆਪਾਂ 1000 ਰੁਪਈਆ ਉਹਦੇ ਤੋਂ ਉਧਾਰਾ ਲਿਆ ਸੀ, ਇਹਦੇ ਤੋਂ 250 ਘੱਟ 750 ਰੁਪਈਆ ਵਿਆਜ ਬਣਿਆ ਪਿਆ। ਠੀਕ ਹੈ ਜੀ, ਇਹ ਕੁਐਸਚਨ ਕਹਿ ਰਿਹਾ। ਠੀਕ ਹੈ, ਇਹਨੂੰ ਕਰਨ ਦਾ ਤਰੀਕਾ ਕੀ ਹੈ? ਪਹਿਲਾਂ ਜਿਹੜੇ ਮੈਂ ਕੁਐਸਚਨ ਕਰਾਏ ਹੋਏ ਆ ਲਾਸਟ ਵੀਡੀਓਜ਼ ਦੇ ਵਿੱਚ, ਉਹਦੇ ਵਿੱਚ ਮੈਂ ਇੱਕ ਤਰੀਕਾ ਦੱਸਿਆ ਸੀ ਵੀ ਜਦੋਂ ਵੀ ਇੱਦਾਂ ਦਾ ਕੁਐਸਚਨ ਆਉਂਦਾ ਜਿੱਥੇ ਪਰਸੈਂਟੇਜ ਗਿਵਨ ਹੋਵੇ, ਤਾਂ ਆਪਾਂ ਲੈਟ ਕਰ ਲੈਣਾ ਆਪਣੇ ਕੋਲ ਜਿਹੜਾ ਪ੍ਰਿੰਸੀਪਲ ਆ ਉਹ ਕਿੰਨਾ 100%। ਠੀਕ ਆ, ਜੇ ਪ੍ਰਿੰਸੀਪਲ 100% ਆ ਤੇ ਤੁਹਾਨੂੰ ਪਤਾ ਵੀ ਟਾਈਮ ਕਿੰਨਾ 15 ਸਾਲ, ਆਰ ਕਿੰਨੀ ਲੱਗ ਰਹੀ ਹੈ 5%। ਜੇ 1 ਸਾਲ ਵਿੱਚ 5% ਵਿਆਜ ਆ ਰਿਹਾ ਤਾਂ 15 ਸਾਲਾਂ 'ਚ ਕਿੰਨਾ ਆਊਗਾ? 15 5 75। ਠੀਕ ਹੈ ਜੀ, 1 ਸਾਲ ਦੇ ਵਿੱਚ ਜੇ 5% ਵਿਆਜ ਆ ਰਿਹਾ, 100 ਦਾ 5% ਕਿੰਨਾ ਹੁੰਦਾ? 5 ਰੁਪਈਏ। ਜੇ 1 ਸਾਲ 'ਚ 5 ਆ ਰਿਹਾ ਤਾਂ 15 ਸਾਲਾਂ 'ਚ ਕਿੰਨਾ ਆਊਗਾ? 75। ਠੀਕ ਹੈ ਜੀ, ਦੇਖੋ 100% ਆਪਣਾ ਪ੍ਰਿੰਸੀਪਲ ਸੀ, 75 ਰੁਪਈਏ ਕੀ ਬਣ ਗਿਆ? ਆਪਣੇ ਕੋਲ ਐਸ ਆਈ ਬਣ ਗਿਆ। ਕਿੰਨੇ ਦਾ ਡਿਫਰੈਂਸ ਆ ਜੀ ਦੋਵਾਂ ਦੇ ਵਿੱਚ? 25 ਦਾ। 25% ਦਾ ਫਰਕ ਆ। ਉਹ ਕੀ ਕਹਿ ਰਹੇ ਆ? ਪ੍ਰਿੰਸੀਪਲ ਤੇ ਐਸ ਆਈ ਦੇ ਵਿੱਚ ਕਿੰਨੇ ਦਾ ਡਿਫਰੈਂਸ ਆ? 250। ਇਹਦਾ ਮਤਲਬ 25% ਕਿੰਨੇ ਦੇ ਇਕੁਅਲ ਆ? 250 ਦੇ। 1% ਦੀ ਵੈਲਿਊ ਕੀ ਆਊਗੀ? 250 ਡਿਵਾਈਡ ਬਾਈ 25 ਤੇ ਗੁਣਾ ਕਿੰਨੇ ਨਾਲ ਕਰ ਦਾਂਗੇ? 100 ਨਾਲ, ਕਿਉਂਕਿ ਆਪਾਂ ਨੂੰ ਕੀ ਫਾਈਂਡ ਕਰਨ ਲਈ ਕਿਹਾ ਗਿਆ? ਸਮ ਕੀ ਹੁੰਦਾ? ਮੈਂ ਦੱਸਿਆ ਹੋਇਆ, ਪ੍ਰਿੰਸੀਪਲ ਨੂੰ ਹੀ ਆਪਾਂ ਸਮ ਕਹਿੰਦੇ ਆ, ਮੁਗਲਧਨ, ਜਿਹੜੀ ਰਾਸ਼ੀ ਆਪਾਂ ਵਿਆਜ ਤੇ ਲਈ ਹੁੰਦੀ। ਠੀਕ ਆ, ਉਸੇ ਨੂੰ ਸਮ ਕਹਿੰਦੇ ਆ। ਓਕੇ, ਇਹਨੂੰ ਕੈਂਸਲ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆਂਸਰ ਆਊਗਾ? 10। ਕਿੰਨਾ ਬਣ ਗਿਆ? 1000। ਜੋ ਆਪਾਂ ਐਗਜ਼ਾਮਪਲ ਲਈ ਸੀ ਆਂਸਰ ਉਨਾ ਹੀ ਆ ਗਿਆ। ਠੀਕ ਹੈ, 1000 ਰੁਪਈਆ ਆਪਾਂ ਵਿਆਜ ਤੇ ਲਿੱਤਾ। ਠੀਕ ਹੈ ਜੀ, ਅਗਲਾ ਕੁਐਸਚਨ ਦੇਖੋ। If a certain sum of money become thrice of itself in 5 years 4 months at simple interest। ਉਹ ਕਹਿੰਦੇ ਜੀ ਆਪਾਂ ਪੈਸੇ ਦਿੱਤੇ ਵਿਆਜ ਤੇ, 5 ਸਾਲ ਤੇ 4 ਮਹੀਨਿਆਂ ਦੇ ਵਿੱਚ ਉਹ ਪੈਸੇ ਕੀ ਹੋ ਗਏ? 3 ਗੁਣਾ ਹੋ ਗਏ। ਠੀਕ ਹੈ ਜੀ, ਕਿੰਨੇ ਗੁਣਾ ਹੋ ਗਏ? 3। ਇਹਦੇ ਨਾਲ ਦੇ 3 ਤੋਂ 4 ਕੁਐਸਚਨ ਮੈਂ ਸ਼ਾਇਦ ਸੈਕਿੰਡ ਵੀਡੀਓ ਦੇ ਵਿੱਚ ਕਰਵਾਏ ਹੋਏ, ਪਹਿਲਾਂ ਉਹ ਜ਼ਰੂਰ ਦੇਖਣੇ ਆ, ਫਿਰ ਤੁਹਾਨੂੰ ਇਹ ਕੁਐਸਚਨ ਸਮਝ ਆ। ਮੈਂ ਦੱਸਿਆ ਸੀ ਉਹਦੇ ਵਿੱਚ ਕਿ ਜਦੋਂ ਆਪਾਂ ਨੂੰ ਇਹ ਕਹਿ ਰਹੇ ਆ ਕਿ ਅਮਾਊਂਟ ਕਿੰਨੀ ਹੋਈ ਆ? ਥਰਾਈਸ ਹੋਈ ਹੈ। ਮੈਂ ਤੁਹਾਨੂੰ ਦੱਸਿਆ ਸੀ ਵੀ ਜੇ ਤਾਂ ਅਮਾਊਂਟ ਹੋਈ ਹੋਵੇ ਡਬਲ, ਮਤਲਬ 2 ਟਾਈਮ, ਤਾਂ ਤੁਸੀਂ ਵਿਆਜ ਨੂੰ ਲੈਟ ਕਰਨਾ 100, ਇੱਕ ਘੱਟ। ਜੇ ਹੋਈ ਹੋਵੇ 3 ਗੁਣਾ ਤਾਂ ਤੁਸੀਂ ਵਿਆਜ ਕਿੰਨਾ ਲੈਟ ਕਰਨਾ? 200। ਜੇ ਹੋਈ ਹੈ 4 ਗੁਣਾ ਤਾਂ ਤੁਸੀਂ ਵਿਆਜ ਕਿੰਨਾ ਲੈਟ ਕਰਨਾ? 300, ਇੱਕ ਘੱਟ ਮੰਨਣਾ। ਜੇ ਮੰਨ ਲਓ ਹੋਈ ਹੈ 16 ਟਾਈਮਸ ਤਾਂ ਆਪਾਂ ਵਿਆਜ ਕਿੰਨਾ ਮੰਨਾਂਗੇ? 15। ਠੀਕ ਹੈ ਜੀ, ਦੂਸਰੀ ਗੱਲ ਮੈਂ ਤੁਹਾਨੂੰ ਦੱਸੀ ਸੀ ਵੀ ਜਾਂ ਤਾਂ ਤੁਹਾਨੂੰ ਆਰ ਦਿੱਤੀ ਹੋਊਗੀ ਜਾਂ ਤੁਹਾਨੂੰ ਟਾਈਮ ਦਿੱਤਾ ਹੋਊਗਾ। ਜੇ ਤਾਂ ਆਰ ਦਿੱਤੀ ਹੈ ਤਾਂ ਟਾਈਮ ਪੁੱਛਿਆ ਜਾਂਦਾ, ਜੇ ਟਾਈਮ ਗਿਵਨ ਆ ਤਾਂ ਆਰ ਪੁੱਛੀ ਜਾਂਦੀ ਹੈ। ਇਸ ਕੁਐਸਚਨ ਦੇ ਵਿੱਚ ਆਪਣੇ ਕੋਲ ਕੀ ਗਿਵਨ ਆ? ਟਾਈਮ ਗਿਵਨ। ਕਿੰਨਾ ਟਾਈਮ ਹੈ ਜੀ? 5 ਸਾਲ 4 ਮਹੀਨੇ। ਠੀਕ ਹੈ ਜੀ, 5 ਸਾਲ ਤੇ 4 ਮਹੀਨੇ। ਦੇਖੋ ਮੈਂ ਤੁਹਾਨੂੰ ਦੱਸਿਆ ਸੀ ਵੀ ਜਿੰਨਾ ਵੀ ਤੁਹਾਡਾ ਵਿਆਜ ਬਣਦਾ ਉਹਦੇ ਬਟਾ ਜੇ ਤੁਸੀਂ ਟਾਈਮ ਕਰੋਗੇ ਤਾਂ ਆਰ ਦੀ ਵੈਲਿਊ ਆ ਜਾਊਗੀ, ਜੇ ਤੁਹਾਨੂੰ ਆਰ ਗਿਵਨ ਆ ਤਾਂ ਉਹਦੇ ਬਟਾ ਆਰ ਕਰ ਦਿਓ, ਤੁਹਾਡੀ ਟਾਈਮ ਦੀ ਵੈਲਿਊ ਆ ਜਾਊਗੀ। ਕੰਮ ਸੌਖਾ ਹੀ ਹੈ। ਦੇਖੋ ਇੱਥੇ ਕਿੰਨੇ ਗੁਣਾ ਜੀ? 3 ਗੁਣਾ। ਜਦੋਂ ਵੀ ਉਹ 3 ਗੁਣਾ ਕਹਿਣਗੇ ਤਾਂ ਵਿਆਜ ਕਿੰਨਾ ਬਣੂਗਾ ਜੀ? 200। ਵਿਆਜ ਕਿੰਨਾ ਬਣੂਗਾ? 200। ਜੇ ਇਹ ਗੱਲ ਨਹੀਂ ਸਮਝ ਆਈ ਤਾਂ ਮੈਂ ਦੁਬਾਰਾ ਦੱਸ ਦਿੰਦਾ। ਦੇਖੋ ਜੇ ਆਪਾਂ ਕਿਸੇ ਨੂੰ ਮੰਨ ਲਓ 100 ਰੁਪਈਆ ਦਿੱਤਾ,
ਉਹ ਆਪਾਂ ਨੂੰ 5 ਸਾਲ ਤੇ 4 ਮਹੀਨੇ ਜੋ ਕਿ ਆਪਾਂ ਨੂੰ ਟਾਈਮ ਗਿਵਨ ਆ ਉਹਦੇ ਵਿੱਚ ਆਪਾਂ ਨੂੰ ਉਹ ਪੈਸੇ ਮੋੜ ਗਿਆ ਜੀ 3 ਗੁਣਾ। ਕਿੰਨੇ ਰੁਪਏ ਮੋੜ ਕੇ ਜਾਊਗਾ 300। ਹੁਣ ਦੇਖੋ ਇਹਦੇ ਵਿੱਚ 100 ਰੁਪਈਆ ਤਾਂ ਉਹ ਆਪਣੇ ਹੀ ਵਾਪਸ ਕਰਕੇ ਜਾਊਗਾ ਜਿਹੜਾ ਉਹਨੂੰ ਆਪਾਂ ਦਿੱਤਾ ਸੀ ਪ੍ਰਿੰਸੀਪਲ ਤੇ, ਜਦੋਂ ਮਾਈਨਸ ਕਰਾਂਗੇ ਤੇ ਇਹਦਾ ਮਤਲਬ ਉਹ ਫਾਲਤੂ ਪੈਸੇ ਕਿੰਨੇ ਦੇ ਕੇ ਗਿਆ ਆਪਾਂ ਨੂੰ, ਵਿਆਜ ਕਿੰਨਾ ਦੇ ਕੇ ਗਿਆ 200 ਰੁਪਏ। ਇਸ ਲਈ ਮੈਂ ਕਿੰਨਾ ਮੰਨਿਆ ਵਿਆਜ ਇੱਥੇ 200। ਤੇ ਮੈਂ ਦੱਸਿਆ ਵੀ ਜੋ ਵੀ ਵਿਆਜ ਦਿੱਤਾ ਉਹਦੇ ਬਟਾ ਕੀ ਕਰ ਦਿਓ ਆਰ, ਸੌਰੀ ਟਾਈਮ ਦਿੱਤਾ ਹੈ ਤਾਂ ਆਪਣੀ ਕੀ ਨਿਕਲ ਆਊਗੀ ਆਰ ਨਿਕਲ ਆਊਗੀ। ਓਕੇ ਦੇਖੋ ਪਹਿਲਾਂ ਆਪਾਂ ਟਾਈਮ ਨੂੰ ਠੀਕ ਕਰੀਏ, ਇੱਥੇ ਹੈਗਾ ਸਾਲ ਤੇ ਮੰਥ ਦੇ ਵਿੱਚ ਟਾਈਮ। ਮੈਂ ਦੱਸਿਆ ਹੋਇਆ ਕਿ ਮੰਥ ਨੂੰ ਈਅਰ ਦੇ ਵਿੱਚ ਕਿਵੇਂ ਕਨਵਰਟ ਕਰੀਦਾ, ਉਹਦੇ ਡਿਵਾਈਡ ਕਿੰਨਾ ਕਰ ਦਿਓ 12, 4 ਤੀਏ 12, ਇਹ ਕਿੰਨਾ ਬਣ ਗਿਆ 5 ਸਹੀ 1/3, 5 ਤੀਏ 15 ਤੇ ਕਿੰਨਾ ਹੋ ਗਿਆ ਜੀ 16/3। ਇਹ ਆਪਣਾ ਟਾਈਮ, ਇਹਦੇ ਡਿਵਾਈਡ ਕਰ 16/3, 3 ਉੱਪਰ ਚਲਾ ਜਾਊਗਾ ਜੀ, ਡਿਵਾਈਡ 'ਚ ਕੀ ਰਹਿ ਗਿਆ ਜੀ 16, ਕੈਂਸਲ ਕਰ ਦਿਓ ਜੀ ਇਹਨੂੰ, 4 ਦੇ ਟੇਬਲ 50 ਆ ਗਿਆ, ਇਹਨੂੰ 4 ਤੇ ਕੈਂਸਲ ਕੀਤਾ 4 ਆ ਗਿਆ, ਹਲੇ ਵੀ ਕੱਟਿਆ ਜਾਂਦਾ ਜੀ 25/2, ਕਿੰਨਾ ਬਣ ਗਿਆ 25 ਤੀਆ 75/2, ਤਾਂ ਕਿੰਨਾ ਬਣੂਗਾ 37.5%। 75 ਦਾ ਤੇ ਕਿੰਨਾ ਹੁੰਦਾ 37.5%। ਕੀ ਮਤਲਬ ਆ ਕਿ ਜੇ ਆਪਾਂ ਨੂੰ ਕੋਈ 37.5% ਵਿਆਜ ਦੇਵੇ ਪਰ ਐਨਮ ਆ ਦੇਖੋ ਈਅਰਲੀ, ਫਿਰ 1 ਸਾਲ ਦੀ ਹੁੰਦੀ ਰੇਟ ਆਫ ਇੰਟਰਸਟ ਹਮੇਸ਼ਾ ਪਰ ਐਨਮ ਹੁੰਦੀ ਹੈ, ਠੀਕ ਹੈ ਜੀ। ਤਾਂ ਆਪਣੇ ਜਿਹੜੇ ਪੈਸੇ ਆ ਉਹ 5 ਸਾਲ ਤੇ 4 ਮਹੀਨਿਆਂ ਵਿੱਚ 3 ਗੁਣਾ ਹੋ ਜਾਣਗੇ, ਠੀਕ ਹੈ। ਅਗਲਾ ਕੁਐਸਚਨ ਦੇਖਦੇ ਕਹਿੰਦੇ ਆ ਸਮ ਆਫ ਮਨੀ ਰੁਪੀਜ਼ 3100 ਇਜ਼ ਲੈਂਟ ਆਊਟ ਐਟ ਅ ਸਿੰਪਲ ਇੰਟਰਸਟ ਇਨ 2 ਪਾਰਟਸ। ਉਹ ਕਹਿੰਦੇ ਜਿਹੜਾ 3100 ਰੁਪਈਆ ਉਹਨੂੰ 2 ਹਿੱਸਿਆਂ 'ਚ ਵੰਡ ਕੇ ਦੇ ਦਿੱਤਾ ਗਿਆ। 3100 ਰੁਪਈਆ ਉਹਨੂੰ 2 ਪਾਸੇ ਵਿਆਜ 'ਚ ਦਿੱਤਾ, 3100 ਨਹੀਂ 3100 ਨੂੰ ਵੰਡ ਕੇ ਦਿੱਤਾ, ਆਪਾਂ ਨੂੰ ਨਹੀਂ ਪਤਾ ਕਿੱਧਰਲੇ ਪਾਸੇ ਕਿੰਨੇ ਦਿੱਤੇ ਆ। 1 ਪਾਰਟ 8% ਤੇ ਦਿੱਤਾ ਗਿਆ ਤੇ ਸੈਕਿੰਡ ਪਾਰਟ ਕਿੰਨੇ ਤੇ ਆ 6%, ਤੇ ਇੱਧਰ ਵੀ ਲਿਖ ਸਕਦੇ ਕੋਈ ਗੱਲ ਨਹੀਂ, ਪਰ ਐਨਮ, ਇਹ ਮੈਨੂੰ ਦੱਸਿਆ ਨਾ ਪਰ ਐਨਮ ਹੁੰਦੀ ਹੈ ਹਮੇਸ਼ਾ। ਅੱਗੇ ਦੇਖੋ ਇਫ ਦਾ ਟੋਟਲ ਐਨੂਅਲ ਇੰਟਰਸਟ ਇਜ਼ 212, ਉਹ ਕਹਿੰਦੇ ਜੀ ਸਾਲ ਬਾਅਦ, ਐਨੂਅਲ ਦਾ ਮਤਲਬ 1 ਸਾਲ ਬਾਅਦ ਆਪਾਂ ਨੂੰ ਕਿੰਨਾ ਇੰਟਰਸਟ ਆਇਆ, SI ਕਿੰਨਾ ਆਇਆ 212 ਰੁਪਏ ਆਇਆ ਦੋਨੇ ਪਾਸੋਂ, ਇਹ ਦੋਨੇ ਸਾਈਡ ਆ। ਹੁਣ ਤੁਹਾਨੂੰ ਕਿਵੇਂ ਪਤਾ ਲੱਗੂ ਦੋਨੇ ਸਾਈਡ ਆ, ਕਿਉਂਕਿ ਇੱਥੇ ਕੀ ਲਿਖਿਆ ਹੈ ਟੋਟਲ ਐਨੂਅਲ ਇੰਟਰਸਟ, ਟੋਟਲ ਮਤਲਬ ਦੋਨੇ ਸਾਈਡ ਤੇ ਟੋਟਲ ਉੱਪਰ ਕਿੰਨਾ ਗਿਆ। then what is the money lent at rate 8%। ਆਪਾਂ ਦੋਹਾਂ ਦੀ ਵੈਲਿਊ ਕੱਢਣੀ ਆ, ਮਤਲਬ ਇਹਨੂੰ ਤੋੜ ਕੇ ਦੱਸਣਾ ਵੀ 8% ਤੇ ਪੈਸੇ ਕਿੰਨੇ ਸੀ 6 ਤੇ ਕਿੰਨੇ ਸੀ, ਆਨਸਰ ਕਿਹੜਾ ਦੇਣਾ ਆਪਾਂ 8%, ਠੀਕ ਹੈ ਜੀ। ਇਹਨੂੰ ਕਰਨ ਦਾ ਤਰੀਕਾ ਕੀ ਹੁੰਦਾ, ਵੈਸੇ ਤਾਂ ਜਦੋਂ ਤੁਸੀਂ ਬੁੱਕ ਦੇਖੋਗੇ ਉੱਥੇ ਇੱਦਾਂ ਕੀਤਾ ਹੋਊਗਾ, ਪਹਿਲਾਂ ਮੰਨਣਗੇ ਮੰਨ ਲਓ ਵੀ 6% ਵਾਲਾ x ਆ, ਠੀਕ ਆ, ਉਹਦੇ ਤੇ 6/100 ਨਾਲ ਗੁਣਾ ਕਰ ਦੇਣਗੇ ਜੀ, ਉਹ ਕਹਿਣਗੇ ਜੀ ਇਹ ਆਪਣਾ ਵਿਆਜ ਆ ਗਿਆ। ਫਿਰ ਉਹ ਦੂਸਰੇ ਨੂੰ ਕਹਿਣਗੇ 3100 ਮਾਈਨਸ ਐਕਸ, ਕਿਉਂਕਿ ਇੱਕ ਇਹਨੂੰ ਆਪਾਂ ਐਕਸ ਲੈਟ ਕਰ ਲਿਆ 6 ਵਾਲੇ ਨੂੰ, ਤੇ ਦੂਸਰਾ ਤਾਂ ਫਿਰ 3100 ਮਾਈਨਸ ਐਕਸ ਹੀ ਹੋਊਗਾ। ਇਹਨੂੰ ਗੁਣਾ ਕਰਨਗੇ ਜੀ 8/100, ਇਕੁਅਲ ਰੱਖ ਦੇਣਗੇ 212, ਕਿਉਂਕਿ ਟੋਟਲ ਵਿਆਜ ਕਿੰਨਾ ਜੀ ਆਪਣੇ ਕੋਲ 212 ਰੁਪਏ, ਠੀਕ ਹੈ। ਇਹ ਆਪਣਾ ਇਸ ਤਰੀਕੇ ਨਾਲ ਆਪਾਂ ਐਕਸ ਦੀ ਵੈਲਿਊ ਕੱਢ ਲਾਂਗੇ, ਇੱਥੋਂ ਐਕਸ ਦੀ ਵੈਲਿਊ ਆਊਗੀ 6% ਵਾਲੇ ਦੀ, ਉਹਨੂੰ 3100 ਚੋਂ ਮਾਈਨਸ ਕਰ ਦਾਂਗੇ 8% ਦੀ। ਬਟ ਆਪਣੇ ਵਾਲਾ ਤਰੀਕਾ ਦੇਖੋ ਵੀ ਆਪਾਂ ਕਿਵੇਂ ਕਰ ਸਕਦੇ ਇਹਨੂੰ ਬਿਨਾਂ ਐਕਸ ਤੋਂ ਕਿਵੇਂ ਕਰ ਸਕਦੇ, ਇੱਦਾਂ ਵੀ ਠੀਕ ਆ ਆਨਸਰ ਆ ਜਾਊਗਾ, ਪਰ 2-4 ਮਿੰਟ ਲੱਗਣਗੇ ਸੋਲਵ ਕਰਨ ਤੇ। ਦੇਖੋ ਜੇ ਇੱਧਰਲੇ ਪਾਸੇ 6% ਆ ਤੇ ਤੁਸੀਂ ਇੱਧਰਲੇ ਪਾਸੇ ਵੀ 6% ਪਲੱਸ 2%, ਥੋੜਾ ਜਿਹਾ ਸਮਝਣਾ ਔਖਾ ਬਟ ਤੁਹਾਨੂੰ ਬਹੁਤ ਥਾਈਂ ਕੰਮ ਆਊਗਾ, ਇਕੱਲੇ ਸਿੰਪਲ ਇੰਟਰਸਟ 'ਚ ਨਹੀਂ, ਰੇਸ਼ੋ 'ਚ ਵੀ ਕੰਮ ਆਊਗਾ, ਪ੍ਰੋਫਿਟ ਐਂਡ ਲਾਸ 'ਚ ਵੀ ਕੰਮ ਆਊਗਾ, ਤੇ CI 'ਚ ਵੀ ਕੰਮ ਆਊਗਾ, ਹੋਰ ਵੀ ਬਹੁਤ ਥਾਈਂ ਕੰਮ ਆ ਜਾਂਦਾ ਜੀ। ਜਿਹੜੇ ਕੋਆਇਨਸ ਵਾਲੇ ਕੁਐਸਚਨ ਕਰਦੇ ਨਾ ਰੇਸ਼ੋ ਦੇ ਵਿੱਚ, ਕੋਆਇਨਸ ਵਾਲੇ ਕੁਐਸਚਨ 'ਚ ਵੀ ਆਹ ਤਰੀਕਾ ਕੰਮ ਆਇਆ। ਦੇਖੋ ਮੈਂ ਕੀ ਕੀਤਾ ਵੀ ਮੈਂ ਮੰਨ ਲਿਆ ਵੀ ਇੱਧਰਲੇ ਪਾਸੇ ਪਹਿਲਾ ਪਾਰਟ ਦਾ 6% ਸੀ, ਦੂਸਰਾ ਵੀ 6% ਹੀ ਮੰਨ ਲਿਆ, ਆਹ ਦੋ ਨੂੰ ਪਾਸੇ ਕਰਤਾ ਵੀ 2 ਹੈ ਨਹੀਂ। ਜੇ ਤੁਸੀਂ ਫਸਟ ਪਾਰਟ ਵੀ 6 ਤੇ ਦੇ ਰਹੇ ਹੋ, ਸੈਕਿੰਡ ਪਾਰਟ ਵੀ 6 ਤੇ ਦੇ ਰਹੇ ਹੋ, ਤਾਂ ਤੁਹਾਨੂੰ ਓਵਰਆਲ ਵਿਆਜ ਵੀ 6% ਆਊਗਾ, ਇਹ ਗੱਲ ਦਾ ਖਿਆਲ ਕਹੋਗੇ 6 ਨਹੀਂ ਆਊਗਾ 12 ਆਊਗਾ, ਨਹੀਂ, ਓਵਰਆਲ ਵੀ 6% ਹੀ ਵਿਆਜ ਆਊਗਾ। ਮੈਂ ਤੁਹਾਨੂੰ ਇਹ ਗੱਲ ਪ੍ਰੂਵ ਕਰਕੇ ਦਿੰਦਾ, ਇੱਕ ਮਿੰਟ ਥੋੜਾ ਜਿਹਾ ਆਪਾਂ 6% ਤੇ ਦਿੰਦੇ ਆ ਤਾਂ ਓਵਰਆਲ ਵਿਆਜ 6% ਕਿਵੇਂ, ਦੇਖੋ ਮੰਨ ਲਓ ਤੁਹਾਡੇ ਕੋਲ ਹੈਗਾ ਜੀ 1000 ਰੁਪਏ, ਇੱਕ ਪਾਸੇ ਦੇਤਾ ਤੁਸੀਂ 400, ਦੂਸਰੀ ਸਾਈਡ ਦੇਤਾ ਤੁਸੀਂ 600, ਇਧਰੋਂ ਵੀ 10% ਵਿਆਜ ਆ ਰਿਹਾ, ਇਧਰੋਂ ਵੀ 10% ਵਿਆਜ, 400 ਦਾ 10% ਬਣੂਗਾ 40, 600 ਦਾ 10% ਕਿੰਨਾ ਬਣੂਗਾ,
ਹੁਣ ਦੇਖੋ ਟੋਟਲ ਵਿਆਜ ਕਿੰਨਾ ਆਇਆ 100 ਰੁਪਇਆ। ਜਿਹੜਾ ਇਹ 100 ਆ ਉਹ 1000 ਦਾ ਵੀ ਕਿੰਨੇ ਪਰਸੈਂਟ ਆ 10%। ਠੀਕ ਹੈ, ਦੇਖੋ ਇਧਰੋਂ ਵੀ 10%, ਇਧਰੋਂ ਵੀ 10%, 20% ਨਹੀਂ ਆਇਆ। ਕਿੰਨਾ ਆਇਆ ਓਵਰਆਲ ਵੀ 10% ਹੀ ਵਿਆਜ ਆਇਆ ਆਪਾਂ ਨੂੰ। ਉਸੇ ਤਰੀਕੇ ਨਾਲ ਜੇ ਤੁਸੀਂ ਇੱਧਰ ਵੀ 6 ਮੰਨੋਗੇ, ਇੱਧਰ ਦੂਸਰੇ ਪਾਰਟ ਤੇ ਵੀ 6% ਮੰਨੋਗੇ ਤਾਂ ਤੁਹਾਨੂੰ ਓਵਰਆਲ ਵਿਆਜ ਵੀ ਕਿੰਨਾ ਆਊਗਾ 6% ਆਊਗਾ। ਤੇ 3100 ਦਾ 6% ਕੱਢ ਲਓ। 6% ਕਿਵੇਂ ਕੱਢਾਂਗੇ 3100 × 6 ਡਿਵਾਈਡ ਬਾਈ, ਠੀਕ ਹੈ ਜੀ। ਜੇ ਤੁਸੀਂ ਮੰਨ ਲਓ 1% ਨਾਲ ਵੀ ਗੁਣਾ ਕਰ ਸਕਦੇ ਤੇ 3100 ਸੀਗਾ, ਦੋ ਜ਼ੀਰੋਆਂ ਕੈਂਸਲ ਹੋ ਜਾਣਗੀਆਂ। ਕਿਸੇ ਵੀ ਵੈਲਿਊ ਕੋਈ ਵੀ ਵੈਲਿਊ ਆ ਤੁਹਾਡੇ ਕੋਲ, ਮੰਨ ਲਓ ਜਿਵੇਂ ਆ 1000 ਹੀ ਆ, ਇਹਦਾ 1% ਜਦੋਂ ਕੱਢਣਾ ਹੋਵੇ ਤਾਂ 2 ਡਿਜਿਟ ਛੱਡ ਕੇ ਪੁਆਇੰਟ ਲਾ ਦੇਦਾ, ਜਿਵੇਂ 10 ਆ ਗਿਆ। ਜਿਵੇਂ 3100 ਇਹਦਾ 1% ਕੀ ਆਊਗਾ 2 ਡਿਜਿਟ ਛੱਡ ਕੇ ਪੁਆਇੰਟ ਲਾ ਦਾਂਗੇ ਤਾਂ ਕਿੰਨਾ ਆ ਜਾਊਗਾ 31 ਆ ਜਾਊਗਾ। ਮੰਨ ਲਓ 450, ਇਹਦਾ ਤੁਸੀਂ 1% ਕੱਢਣਾ ਤਾਂ 2 ਡਿਜਿਟ ਛੱਡ ਕੇ ਪੁਆਇੰਟ ਲਾ ਦਿਓ, ਕਿੰਨਾ ਆ ਜਾਊਗਾ 4.5। ਜਦੋਂ ਕਿਸੇ ਦਾ 10% ਕੱਢਣਾ ਹੋਵੇ ਤਾਂ 1 ਡਿਜਿਟ ਛੱਡ ਕੇ ਪੁਆਇੰਟ ਲਾ ਦਿਓ, ਠੀਕ ਹੈ ਜੀ। 10% 6 × 6 6 ਤੀਏ 18। ਦੇਖੋ ਇਹਦਾ ਕੀ ਮਤਲਬ ਵੀ ਜੇ ਆਪਾਂ ਸਾਰੀ ਦੀ ਸਾਰੀ ਅਮਾਊਂਟ ਦੋਨੇ ਪਾਸੇ 6% ਤੇ ਦੇਵਾਂਗੇ ਤਾਂ ਆਪਾਂ ਨੂੰ ਵਿਆਜ ਕਿੰਨਾ ਆਊਗਾ 186 ਰੁਪਏ। 3100 ਦਾ 6%, ਬਟ ਆਇਆ ਕਿੰਨਾ ਵਿਆਜ ਆਪਾਂ 212। ਇਹਦੇ ਵਿੱਚੋਂ 186 ਕਰ ਦੋ ਮਾਈਨਸ ਕਰ ਦੋ, 12 ਤੇ 14 ਕਿੰਨੇ ਹੋ ਗਏ ਜੀ ਆਪਣੇ ਕੋਲ 26। 12 ਤੇ 14 ਕਿੰਨੇ ਹੋ ਗਏ ਜੀ। ਗੱਲ ਨੂੰ ਧਿਆਨ ਨਾਲ ਸਮਝੋ ਕਿ ਆਪਾਂ ਕੀ ਕੀਤਾ, ਆਪਾਂ 3100 ਰੁਪਇਆ ਸੀਗਾ। ਵੈਸੇ ਤੁਸੀਂ ਆਖੋਗੇ ਐਕਸ ਵਾਲਾ ਤਾਂ ਕੰਮ ਸੌਖਾ ਸੀ, ਨਹੀਂ ਐਕਸ ਵਾਲਾ ਕੰਮ ਸੌਖਾ ਨਹੀਂ ਸੀਗਾ। ਜੇ ਤੁਸੀਂ ਇਹ ਤਰੀਕਾ ਸਮਝ ਗਏ ਤਾਂ ਤੁਸੀਂ 1 ਮਿੰਟ ਦੇ ਵਿੱਚ ਆਨਸਰ ਕੱਢ ਲਓਗੇ। ਆਪਾਂ ਦੋਨੇ ਪਾਸੇ, ਇੱਕ ਪਾਸੇ 6% ਸੀ, ਇੱਕ ਪਾਸੇ 8%, ਆਪਾਂ ਦੋਨੇ ਪਾਸੇ ਕਿੰਨਾ ਮੰਨ ਲਿਆ 6% ਮੰਨ ਲਿਆ। 2% ਨੂੰ ਪਾਸੇ ਰੱਖ ਲਿਆ, ਇਹਨੂੰ ਨਹੀਂ ਛੇੜਨਾ, ਇਹਨੂੰ ਪਾਸੇ ਪਿਆ ਰਿਹਾ। ਤਾਂ ਓਵਰਆਲ ਵਿਆਜ ਵੀ ਕਿੰਨਾ ਹੋਊ 6%। 3100 ਦਾ 6% ਕਿੰਨਾ ਹੁੰਦਾ 186 ਰੁਪਏ। ਬਟ ਆਪਾਂ ਨੂੰ ਵਿਆਜ ਕਿੰਨਾ ਆਇਆ 212, ਤੇ 212 ਨੂੰ 186 ਚੋਂ ਮਾਈਨਸ ਕਰਾਂਗੇ ਤਾਂ 26 ਰੁਪਏ ਫਾਲਤੂ ਵਿਆਜ ਆ ਜੀ ਆਪਣੇ। ਉਹ 26 ਰੁਪਏ ਕਿਉਂ ਆਇਆ, ਕਿਉਂਕਿ ਆਹ ਵਾਲਾ 2% ਵੱਧ ਲਾਇਆ। ਇਹਦਾ ਮਤਲਬ 2% ਕਿਹਦੇ ਬਰਾਬਰ ਹੈ 26 ਦੇ, 1% ਕਿਹਦੇ ਬਰਾਬਰ ਆਊਗਾ 13 ਦੇ, ਤੇ 100% ਕਿਹਦੇ ਬਰਾਬਰ ਆਊਗਾ 1300 ਦੇ। ਬਸ ਇੱਕ ਵਾਰੀ ਆਹ ਆਨਸਰ ਕੱਢ ਲੈਣਾ, ਫਿਰ ਮੈਂ ਤੁਹਾਨੂੰ ਦੱਸਦਾ ਵੀ ਇਹ ਕਿਵੇਂ ਕਰਨਾ। ਦੇਖੋ 2 ਨੂੰ 26 ਤੇ ਕੱਟਿਆ 13 ਹੁੰਦਾ, 13 ਨੂੰ 100 ਨਾਲ ਗੁਣਾ ਕਿਉਂ ਕੀਤੀ, ਕਿਉਂਕਿ ਪਰਸੈਂਟੇਜ ਵੈਲਿਊ ਕਿੰਨੀ ਹੁੰਦੀ ਹੈ ਟੋਟਲ 100% ਹੁੰਦੀ ਹੈ। ਦੇਖੋ ਜਿਹੜਾ ਇਹ 1300 ਵੈਲਿਊ ਆਊਗੀ ਨਾ, ਉਹ ਦੇਖੋ ਵੀ ਤੁਸੀਂ ਜਿਹੜਾ 2% ਉਹ ਕਿਹਦਾ, ਉਹ ਸੀਗਾ 8 ਵਾਲੇ ਹਿੱਸੇ ਦਾ। 8 ਚੋਂ ਕੱਢਿਆ ਸੀ ਨਾ ਆਪਾਂ 2, ਇਹਦਾ ਮਤਲਬ ਜਿਹੜਾ ਇਹ ਵਾਲਾ ਪਾਰਟ ਆ 8% ਵਾਲਾ, ਉਹਦੀ ਵੈਲਿਊ ਕਿੰਨੀ ਆ ਗਈ 1300। ਹੁਣ ਤੁਸੀਂ ਦੇਖੋ ਜੇ ਮੰਨ ਲਓ ਤਾਂ ਆਪਾਂ ਤਾਂ ਵੈਸੇ 8% ਵਾਲੇ ਪੁੱਛਿਆ ਗਿਆ, ਦੇਖੋ ਆਪਣੇ ਕੋਲੇ 8% ਵਾਲੀ ਦੀ ਵੈਲਿਊ ਕਿੰਨੀ ਆ ਗਈ 1300। ਜੇ ਮੰਨ ਲਓ ਤੁਹਾਡੇ ਤੋਂ ਦੂਸਰੇ ਦਾ ਆਨਸਰ ਪੁੱਛਿਆ ਹੁੰਦਾ ਕਿੰਨਾ ਆਊਗਾ 6% ਵਾਲਾ, ਤੇ 3100 ਦੇ ਵਿੱਚੋਂ ਆਪਾਂ ਕੀ ਕਰ ਦਾਂਗੇ 1300 ਮਾਈਨਸ ਕਰ ਦਾਂਗੇ, ਠੀਕ ਹੈ ਜੀ। 17 ਤੇ ਕਿੰਨਾ ਹੋ ਜਾਊਗਾ ਉਹ 1800, ਦੂਸਰਾ ਕਿੰਨਾ ਹੋ ਜਾਊਗਾ 1800, ਠੀਕ ਹੈ ਜੀ। ਅਗਲਾ ਕੁਐਸਚਨ ਦੇਖੋ। A sum of rupees 12,800 is invested directly at 15% per annum and remaining 12% per annum simple interest. If the total interest at the end of 3 years is 5085, then how much money was invested at 15% per annum? ਦੇਖੋ ਪਿਛਲੇ ਕੁਐਸਚਨ ਦੇ ਵਿੱਚ ਸਿਰਫ ਇੱਕੋ ਹੀ ਚੀਜ਼ ਦਾ ਫਰਕ ਆ ਵੀ ਉੱਥੇ 1 ਸਾਲ ਦਾ ਟਾਈਮ ਸੀ, ਤਾਂ ਦੇਖੋ ਐਨੂਅਲ ਸੀ। ਇੱਥੇ ਕਿੰਨੇ ਸਾਲ ਦਾ ਟਾਈਮ ਆ, ਇੱਥੇ ਆਪਣੇ ਕੋਲ 3 ਸਾਲ। ਕੁਛ ਨਹੀਂ ਕਰਨਾ, ਜੋ ਤੁਹਾਨੂੰ ਵਿਆਜ ਦਿੱਤਾ ਹੋਇਆ ਉਹਨੂੰ ਤੁਸੀਂ ਪਹਿਲਾਂ 3 ਨਾਲ ਕੀ ਕਰ ਲਓ ਡਿਵਾਈਡ ਕਰ ਲਓ। 1 ਸਾਲ ਦਾ ਵਿਆਜ ਆ ਜੂਗਾ। 1 ਤੀਆ 30, 2 ਬਚ ਗਏ 6 ਤੀਏ 18, ਫਿਰ ਜੋ 2 ਬਚ ਗਏ 9 ਤੀਆ 27, ਫਿਰ 5 ਤੀਏ 15। ਕਿੰਨਾ ਆ ਗਿਆ 1 ਸਾਲ ਦਾ ਵਿਆਜ 1600। ਇਹਨੂੰ ਪਾਸੇ ਲਿਖੋ, ਠੀਕ ਆ। ਹੁਣ ਉਹੀ ਤਰੀਕਾ 12,800 ਸੀ, ਦੇਖੀ ਵੀਡੀਓ ਚੱਲੀ ਜਾਂਦੀ 12,800 ਸੀ। ਇੱਕ ਪਾਸੇ 12% ਆ, ਦੂਸਰੀ ਸਾਈਡ ਕਿੰਨਾ ਜੀ 15% ਆ। ਆਪਾਂ ਦੋਹਾਂ ਨੂੰ ਕਿੰਨਾ ਮੰਨ ਲਾਂਗੇ 12% ਪਲੱਸ ਇਹਨੂੰ 3 ਸਾਈਡ ਤੇ ਲਿਖ ਲਾਂਗੇ। ਤੁਹਾਨੂੰ ਦੱਸਿਆ ਮੈਂ ਜੇ ਦੋਨੇ ਸਾਈਡ ਆਪਾਂ 12 ਮੰਨਦੇ ਆ ਤਾਂ ਓਵਰਆਲ ਵੀ ਵਿਆਜ ਕਿੰਨਾ ਆਊਗਾ 12% ਹੀ ਆਊਗਾ। ਤੇ 12,800 ਦਾ 12% ਕੱਢਾਂਗੇ ਤਾਂ ਕਿੰਨਾ ਆਊਗਾ, 2 ਜ਼ੀਰੋਆਂ ਨਾਲ 2 ਜ਼ੀਰੋਆਂ ਕੈਂਸਲ, ਬਾਹਰੋਂ ਬਾਹਰ ਹੀ ਆ 144 ਤੇ ਬਾਹਰੋਂ 8 96, ਕਿੰਨਾ ਬਣ ਗਿਆ ਜੀ ਆਪਣੇ ਕੋਲੇ 1536 ਰੁਪਏ। ਇਹਦਾ ਮਤਲਬ ਕਿ ਜੇ ਆਪਾਂ ਦੋਨੇ ਪਾਸੇ 12% ਤੇ ਵਿਆਜ ਤੇ ਪੈਸੇ ਦਿੰਦੇ ਆ ਤਾਂ ਓਵਰਆਲ ਵੀ 12% ਵਿਆਜ ਆਊ ਤਾਂ ਕਿੰਨਾ ਆਊਗਾ 1536। ਬਟ ਆਪਾਂ ਨੂੰ 1 ਸਾਲ ਦਾ ਵਿਆਜ ਆਇਆ ਕਿੰਨਾ ਆਪਾਂ ਨੂੰ ਪਤਾ ਪਹਿਲਾਂ ਹੀ ਕੱਢੀ ਬੈਠੇ ਆ 1695, ਠੀਕ ਹੈ।
1695 ਦੇ ਵਿੱਚੋਂ 1536 ਕੀ ਕਰ ਦਾਂਗੇ ਆਪਾਂ ਮਾਈਨਸ 15 ਚੋਂ 6 ਗਏ 9 8 ਚੋਂ 3 5 ਇੱਕ ਕਿੰਨੇ ਰੁਪਏ ਆ ਗਏ ਜੀ 159 ਰੁਪਏ। ਇਹ ਹੁਣ ਕਿਹਦੇ ਬਰਾਬਰ ਹੋਊਗਾ ਫਾਲਤੂ ਵਿਆਜ ਆ ਵਾਲੇ 3%। 1% ਦੀ ਵੈਲਿਊ ਕੀ ਆਊਗੀ ਇਹਨੂੰ ਕੱਟ ਦਿਓ ਜੀ 3 ਨੂੰ 5 ਤੀਏ 15 100% ਦੀ ਵੈਲਿਊ ਕੱਢ ਲਓ ਕਿੰਨੀ ਆ ਜੂਗੀ 100 ਨਾਲ 53। ਤੇ ਵੇਖੋ ਹੁਣ ਆਪਾਂ ਨੂੰ ਪੁੱਛਿਆ ਕਿਹੜਾ ਹੁਣ ਤੁਸੀਂ ਇਹ ਗੱਲ ਦਾ ਖਿਆਲ ਰੱਖਣਾ ਵੀ ਜਿਹੜਾ 5300 ਆਇਆ ਨਾ ਉਹ ਕਿਹਦਾ ਆਇਆ ਆਹ 3 ਵਾਲੇ ਤੋਂ ਇਹ 3 ਕਿਹਦਾ ਸੀਗਾ 15 ਦਾ ਵੱਡੀ ਵੈਲਿਊ ਦਾ ਹੁੰਦਾ ਹਮੇਸ਼ਾ ਤੇ ਆਪਾਂ ਨੂੰ ਪੁੱਛੀ ਵੀ ਕਿਹੜੀ ਆ ਵੱਡੀ ਵੈਲਿਊ ਤਾਂ ਆਪਣਾ ਆਨਸਰ ਕਿੰਨਾ ਆ ਗਿਆ ਡੀ ਆਪਸ਼ਨ 53। ਤੇ ਜੇ ਮੰਨ ਲਓ ਦੂਸਰੀ ਪੁੱਛੀ ਹੁੰਦੀ ਤਾਂ ਆਪਾਂ 12800 ਦੇ ਵਿੱਚੋਂ ਕੀ ਕਰ ਦਿੰਦੇ 53 ਤੋਂ ਮਾਈਨਸ ਕਰ ਦਿੰਦੇ 0 0 5 ਕਿੰਨਾ ਹੈ 7 ਤੋਂ ਦੂਸਰੀ ਵੈਲਿਊ ਆ ਗਈ ਇਹ ਕਿੰਨੇ ਵਾਲੀ ਹੈ 12% ਵਾਲੀ ਹੈ ਕਿੰਨੇ ਵਾਲੀ 15%। अगला क्वेश्चन देखते हैं 29 नंबर। अ मैन बाय अ टीवी प्राइज्ड एट 16,000। मैन ने 16,000 का टीवी खरीदा जी ही पे 4,000 एट ऑन उन्हें 4,000 उस वेले देता जी एंड द रेस्ट आफ्टर 15 मंथ ਤੇ ਬਾਕੀ ਉਹਨੇ 15 ਮਹੀਨਿਆਂ ਬਾਅਦ ਦਿੱਤਾ ਔਨ ਵਿਚ ਹੀ ਇਜ਼ ਚਾਰਜਡ ਅ ਸਿੰਪਲ ਇੰਟਰਸਟ ਐਟ ਦਾ ਰੇਟ ਆਫ 12% ਪਰ ਐਨਮ। ਠੀਕ ਹੈ ਜੀ ਗੱਲ ਦਾ ਖਿਆਲ ਰੱਖਣਾ ਜਦੋਂ ਆਪਾਂ ਕੋਈ ਕਿਸ਼ਤਾਂ ਦੀ ਚੀਜ਼ ਲੈਣ ਜਾਂਦੇ ਆ ਜਾਂ ਬਾਅਦ ਚ ਦਿੰਦੇ ਆ ਪੈਸੇ ਤਾਂ ਉਹ ਵਿਆਜ ਜ਼ਰੂਰ ਲਾਉਂਦੇ ਆ ਜੀ। ਠੀਕ ਹੈ ਜੀ ਜੇ ਤੁਹਾਡਾ ਕੋਈ ਖਾਸ ਲਿਹਾਜ਼ੀਏ ਤਾਂ ਭਾਵੇਂ ਨਾਲ ਲਾਵੇ ਵੀ ਨਹੀਂ ਦੁਕਾਨਦਾਰ ਵਿਆਜ ਜ਼ਰੂਰ ਲਾਉਂਦਾ। ਆਪਾਂ ਦੱਸਣਾ ਵੀ ਉਹਨੂੰ ਟੀਵੀ ਕਿੰਨੇ ਚ ਪੈ ਗਿਆ ਕੋਈ ਔਖਾ ਕੰਮ ਨਹੀਂ 16,000 ਤਾਂ ਉਹਨੇ ਦੇਣਾ ਹੀ ਦੇਣਾ ਜੀ ਉਹਦਾ ਤੇ ਬਾਕੀ ਆਪਾਂ ਦੇਖ ਲਾਂਗੇ ਵੀ ਉਹਨੂੰ ਵਿਆਜ ਕਿੰਨਾ ਪਿਆ ਬਟ ਵਿਆਜ ਕਿਹਦੇ ਤੇ ਪਊਗਾ ਇਹ ਗੱਲ ਦਾ ਖਿਆਲ ਰੱਖਣਾ 16,000 ਤੇ ਵਿਆਜ ਨਹੀਂ ਪਊਗਾ 16,000 ਦਾ ਟੀਵੀ ਸੀ ਜਿਹਦੇ ਵਿੱਚੋਂ ਉਹਨੇ 4,000 ਉਸੇ ਵੇਲੇ ਦਿੱਤਾ ਇਹਦਾ ਮਤਲਬ ਉਹਨੇ ਪੈਸੇ ਕਿੰਨੇ ਨਹੀਂ ਦਿੱਤੇ 12,000 ਇਹ 12,000 ਆਪਣਾ ਪ੍ਰਿੰਸੀਪਲ ਆ ਜੀ ਆਪਾਂ ਇਹਦੇ ਉੱਪਰ ਵਿਆਜ ਫਾਈਂਡ ਤੇ ਆਰ ਕਿੰਨੀ ਹੈ ਜੀ 12% ਸਾਲ ਦੀ ਤੇ ਟਾਈਮ ਕਿੰਨਾ 15 ਮੰਥ ਉਹੀ ਆਪਣਾ ਫਾਰਮੂਲਾ ਹੈਗਾ ਜੀ ਐਸਆਈ ਵਾਲਾ 12,000 ਕੀ ਹੁੰਦਾ ਜੀ ਪੀ ਇੰਟੂ ਆਰ ਇੰਟੂ ਟੀ ਮੂਲ ਧਨ ਗੁਣਾ ਦਰ ਗੁਣਾ ਸਮਾਂ ਬਟਾ 100 ਪ੍ਰਿੰਸੀਪਲ ਇੰਟੂ ਰੇਟ ਇੰਟੂ ਟਾਈਮ ਡਿਵਾਈਡ ਬਾਏ ਆਰ ਕਿੰਨੀ ਹੈ ਜੀ 12% ਅਤੇ ਟਾਈਮ ਕਿੰਨਾ 15 ਬਟ 100 ਆਊਗਾ ਬਟ ਇੱਕ ਗੱਲ ਦਾ ਖਿਆਲ ਰੱਖਣਾ ਵੀ ਇੱਥੇ ਜੇ ਤੁਸੀਂ ਇਕੱਲੇ 15 ਨਾਲ ਗੁਣਾ ਕਰਦੇ ਹੋ ਤਾਂ 15 ਸਾਲਾਂ ਦਾ ਵਿਆਜ ਨਿਕਲ ਜੂਗਾ ਬਟ ਆਪਾਂ ਕੱਢਣਾ ਸਿਰਫ 15 ਮਹੀਨਿਆਂ ਦਾ ਮੈਂ ਤੁਹਾਨੂੰ ਦੱਸਿਆ ਵੀ ਜੇ ਤਾਂ ਮੰਥ ਆ ਤਾਂ ਬਟੇ 'ਚ 12 ਲਾ ਦਿਓ ਜੇ 15 ਦਿਨ ਹੁੰਦੇ ਤਾਂ ਬਟਾ 365 ਲਾ ਦਿਓ ਠੀਕ ਹੈ ਜੀ ਆਪਾਂ ਇੱਥੇ ਹਮੇਸ਼ਾ ਸਾਲਾਂ 'ਚ ਹੀ ਟਾਈਮ ਲਿਆ 2 ਜ਼ੀਰੋਆਂ ਨਾਲ 2 ਜ਼ੀਰੋਆਂ ਕੈਂਸਲ 12 ਨਾਲ 12 ਕੈਂਸਲ 15 ਵਾਰੀਆਂ ਹੁੰਦੇ ਆ ਜੀ 180 ਕਿੰਨਾ ਬਣ ਗਿਆ ਜੀ ਆਪਣੇ ਕੋਲ 1800 ਰੁਪਇਆ ਪਿਆ ਹੁਣ ਮੰਨ ਲਓ ਵੀ ਜਦੋਂ ਉਹ 15 ਮਹੀਨਿਆਂ ਬਾਅਦ ਜਾਊਗਾ ਤਾਂ ਉਹ 12,000 ਤਾਂ ਦੇ ਕੇ ਹੀ ਆਊਗਾ ਦੁਕਾਨਦਾਰ ਦਾ 1800 ਰੁਪਇਆ ਹੋਰ ਦੇਊਗਾ ਤਾਂ ਕਿੰਨਾ 0 0 ਆ 4,000 ਵੀ ਵਿੱਚ ਜੋੜਨਾ ਹੀ ਕਿਉਂਕਿ ਇਹ ਪਹਿਲਾਂ ਦੇ ਚੁੱਕਿਆ ਜੀ ਉਹ 8 6 ਤੇ 1 7 ਤਾਂ ਕਿੰਨਾ ਦੇ ਆਇਆ ਜੀ ਉਹ 17,800 ਜਾਂ ਇਦਾਂ ਕਰੋ ਦੇਖੋ ਤੁਹਾਨੂੰ ਪਤਾ ਵੀ 16,000 ਤਾਂ ਟੀਵੀ ਦਾ ਦੇਣਾ ਹੀ ਦੇਣਾ ਸੀ ਨਾਲ 1800 ਰੁਪਏ ਉਹਨੇ ਫਾਲਤੂ ਦਿੱਤਾ ਵਿਆਜ ਇਹਨੂੰ ਜੋੜ ਦੋ ਵਿੱਚ ਇਹ ਵੀ ਕਿੰਨਾ ਬਣ ਜੂਗਾ 17,800 ਮੈਂ 4,000 ਵਿੱਚ ਜੋੜਿਆ ਹੀ ਕਿਉਂਕਿ ਉਹ ਪਹਿਲਾਂ ਦੇ ਚੁੱਕਿਆ ਸੀ ਠੀਕ ਹੈ ਤੇ ਆਪਣਾ ਆਨਸਰ ਕਿੰਨਾ ਆ ਗਿਆ 17,800 ਟੀਵੀ ਤਾਂ 16,000 ਦਾ ਸੀ ਬਟ ਉਹਨੂੰ 17,800 ਚ ਪੈ ਗਿਆ ਅਗਲਾ a certain sum of money amount to rupees 2200 at 5% interest ਤੇ ਅਮਾਉਂਟ 2 ਜਦੋਂ ਲੱਗਿਆ ਆ ਜੇ ਨਾ ਜੀ ਅਮਾਉਂਟ 2 ਵੀ ਮਨੀ ਬਣ ਜਾਂਦੀ ਹੈ ਇੰਨੀ ਇਹਦਾ ਮਤਲਬ ਕਹਿੰਦਾ ਇਹ ਆਪਾਂ ਨੂੰ ਅਮਾਉਂਟ ਦਿੱਤੀ ਹੋਈ ਹੈ ਅਮਾਉਂਟ ਦਾ ਮਤਲਬ ਪ੍ਰਿੰਸੀਪਲ ਪਲੱਸ ਇੰਟਰਸਟ ਦੋਵੇਂ ਆ ਇਹ ਕਿੰਨਾ 2200 ਕਿੰਨੇ 5% ਉਹ ਕਹਿੰਦੇ ਜੇ ਆਪਾਂ ਉਹੀ ਪ੍ਰਿੰਸੀਪਲ ਸੇਮ ਆਪਾਂ ਕਿੰਨੇ ਤੇ ਦਿੰਦੇ ਆ 8% ਤੇ ਦੇ ਦਈਏ ਆਪਾਂ ਨੂੰ ਅਮਾਉਂਟ ਕਿੰਨੀ ਬਣੂਗੀ ਆਪਣੀ ਸੇਮ ਟਾਈਮ ਦੇ ਵਿੱਚ 2320 ਗੱਲ ਧਿਆਨ ਨਾਲ ਸਮਝਣਾ ਪ੍ਰਿੰਸੀਪਲ ਇੱਕੋ ਹੀ ਆ ਠੀਕ ਹੈ ਆਰ ਇੱਕ ਪਾਸੇ 5% ਆ ਇੱਕ ਪਾਸੇ 8% ਟਾਈਮ ਦੋਨੇ ਪਾਸੇ ਸੇਮ ਜਿੰਨਾ ਟਾਈਮ ਇੱਧਰ ਆ ਉਨਾ ਹੀ ਟਾਈਮ ਇੱਧਰ ਠੀਕ ਹੈ ਦੇਖੋ ਜੇ ਇੱਕ ਪਾਸੇ 5 ਲੱਗ ਰਿਹਾ ਇੱਕ ਪਾਸੇ 8 ਲੱਗ ਰਿਹਾ ਤੇ 8 ਵਾਲੇ ਪਾਸੇ ਵਿਆਜ ਵੱਧ ਆਊਗਾ 8 ਵਾਲੇ ਪਾਸੇ ਵਿਆਜ ਵੱਧ ਆਊਗਾ ਜਿਹਦੇ ਕਰਕੇ ਅਮਾਊਂਟ ਵੱਧ ਬਣੀ ਕਿੰਨੀ ਬਣ ਗਈ 2320 ਰੁਪਏ ਠੀਕ ਹੈ ਆਪਾਂ ਕੀ ਦੱਸਣਾ ਉਹਨਾਂ ਨੂੰ ਟਾਈਮ ਪੀਰੀਅਡ ਦੱਸਣਾ ਹੁਣ ਟਾਈਮ ਦੋਨੀ ਸਾਈਡ ਸੇਮ
ਗੱਲ ਨੂੰ ਧਿਆਨ ਨਾਲ ਸਮਝਣਾ, ਕੁਐਸਚਨ ਇੰਪੋਰਟੈਂਟ ਆ ਇਹ, ਸ਼ਾਇਦ ਸੀਪੀਓ ਦੇ ਐਗਜ਼ਾਮ 'ਚ ਆਇਆ ਹੋਇਆ ਜੀ ਕੁਐਸਚਨ 2015-16 ਦੇ ਆਸ-ਪਾਸ ਮੈਂ ਆਇਆ ਸੀ ਪੀਏ ਯਾਦਵ ਦੀ ਬੁੱਕ 'ਚੋਂ। ਦੇਖੋ ਇਹਨਾਂ ਦੋਹਾਂ ਦਾ ਡਿਫਰੈਂਸ ਦੇਖੋ ਕਿੰਨਾ, 2300 ਦਾ ਤੇ 2320 ਦਾ ਤੇ 2200 ਦਾ, ਕਿੰਨੇ ਦਾ ਡਿਫਰੈਂਸ ਹੈ ਜੀ 120 ਦਾ, ਤੇ ਪਰਸੈਂਟੇਜ 'ਚ ਫਰਕ ਕਿੰਨੇ ਦਾ, ਇਹਦਾ ਮਤਲਬ 1% ਕਿੰਨੇ ਦੇ ਬਰਾਬਰ ਆ, 40 ਦੇ। ਦੇਖੋ ਇਹਨਾਂ ਦੋਵਾਂ ਦਾ ਡਿਫਰੈਂਸ ਕਿੰਨੇ ਦਾ, 120 ਦਾ, ਤੇ 5 ਤੇ 8 ਦੇ ਵਿੱਚ ਕਿੰਨੇ ਪਰਸੈਂਟ ਦਾ ਫਰਕ ਹੈ, 3% ਦਾ। ਇਹਦਾ ਮਤਲਬ ਕਿ ਆਪਣੇ ਕੋਲੇ 1% ਕਿਹਦੇ ਬਰਾਬਰ ਆ, 40 ਦੇ। ਹੁਣ ਦੇਖੋ 1% 40 ਦੇ ਬਰਾਬਰ, ਇੱਧਰ ਵਿਆਜ ਕਿੰਨਾ ਆਇਆ ਹੋਊਗਾ ਜੇ ਆਪਣਾ ਇਹਨੂੰ 5 ਨਾਲ ਗੁਣਾ ਕਰ ਲਈਏ, ਕਿੰਨਾ ਵਿਆਜ ਆਇਆ ਜੀ ਆਪਣੇ ਕੋਲ, ਇੱਧਰਲੇ ਪਾਸੇ 1% 40 ਲੱਗ ਰਿਹਾ ਤੇ 5% ਕਿੰਨਾ ਲੱਗੂਗਾ, 200 ਰੁਪਈਆ। ਇੱਧਰ ਕਿੰਨਾ ਲੱਗੂਗਾ, 8 ਚੌਂਕਾ 30 ਰੁਪਏ। ਜੇ 1% 40 ਦੇ ਬਰਾਬਰ ਆ ਤਾਂ ਆਪਣੇ ਕੋਲੇ ਵਿਆਜ ਇੱਧਰ ਕਿੰਨਾ ਬਣੂਗਾ, 200 ਰੁਪਏ, ਇੱਧਰ ਕਿੰਨਾ ਬਣੂਗਾ, 320 ਰੁਪਏ। ਤੁਸੀਂ ਕਿਸੇ ਤੋਂ ਵੀ ਆਪਣਾ ਉਹ ਕੱਢ ਸਕਦੇ ਹੋ, ਆਪਣਾ ਟਾਈਮ ਕੱਢ ਸਕਦੇ ਹੋ, ਕਿਉਂਕਿ ਟਾਈਮ ਦਾ ਕੀ ਫਾਰਮੂਲਾ ਹੁੰਦਾ, ਇੰਟੂ 100 ਡਿਵਾਈਡ ਬਾਈ ਪ੍ਰਿੰਸੀਪਲ ਇੰਟੂ ਆਰ। ਦੇਖੋ ਆਰ ਆਪਣੇ ਕੋਲ 2 ਆ, ਪ੍ਰਿੰਸੀਪਲ ਤਾਂ ਸੇਮ, ਠੀਕ ਹੈ ਜੀ। ਹੁਣ ਤੁਸੀਂ ਜਿਹੜਾ ਮਰਜ਼ੀ ਆਰ ਚੱਕ ਸਕਦੇ, ਜੇ ਤੁਸੀਂ ਮੰਨ ਲਓ ਇੱਧਰ ਆਪਣਾ ਵਿਆਜ ਕਿੰਨਾ ਬਣਿਆ 200 ਰੁਪਏ, ਕਿਉਂਕਿ 1% ਜੇ 40 ਦੇ ਬਰਾਬਰ ਸੀ ਤਾਂ ਆਪਣੇ ਕੋਲ ਕਿੰਨਾ ਵਿਆਜ ਲੱਗ ਰਿਹਾ 5%, 5% ਕਿਹਦੇ ਬਰਾਬਰ ਹੋਊਗਾ, 40 ਗੁਣਾ 5 200 ਆ ਗਿਆ। ਆਪਾਂ ਐਸ ਆਈ ਮੰਨਦੇ ਹਾਂ 200 ਗੁਣਾ 100। ਜੇ ਐਸ ਆਈ 200 ਆ, ਅਮਾਊਂਟ ਹੈਗੀ ਆ 2200, ਤਾਂ ਪ੍ਰਿੰਸੀਪਲ ਕਿੰਨਾ ਬਣੂਗਾ 2000, ਪ੍ਰਿੰਸੀਪਲ ਕਿੰਨਾ ਬਣੂਗਾ 2000। ਆਰ ਕਿੰਨੀ ਹੈ ਜੀ 5%। ਆਪਾਂ ਇਹਦੇ ਤੋਂ ਆਨਸਰ ਕੱਢ ਰਹੇ ਹਾਂ ਫਸਟ ਟਰਮ ਤੋਂ, ਤੇ ਆਰ ਕਿੰਨੀ ਆਊਗੀ ਆਪਣੀ 5%। ਕੱਟ ਲਓ ਜੀ, ਇੱਥੇ ਆ ਗਿਆ 10, 10 ਨੂੰ 10 ਨਾਲ ਕੱਟਤਾ ਤਾਂ ਟਾਈਮ ਕਿੰਨਾ ਆ ਗਿਆ 2, ਟਾਈਮ ਕਿੰਨਾ ਆ ਗਿਆ 2। ਜੇ ਦੇਖੋ ਆਪਾਂ ਇਹਦੇ ਤੋਂ ਕੱਢਣਾ ਹੁੰਦਾ ਜੀ ਟਾਈਮ, ਟਾਈਮ ਦਾ ਫਿਰ ਆਪਾਂ ਉਹੀ ਫਾਰਮੂਲਾ ਲਾਉਂਦੇ, ਐਸ ਆਈ ਇੰਟੂ 100 ਡਿਵਾਈਡ ਬਾਈ ਪ੍ਰਿੰਸੀਪਲ ਇੰਟੂ ਆਰ। ਇੱਥੇ ਐਸ ਆਈ ਕਿੰਨਾ ਬਣਨਾ ਸੀ 320 ਰੁਪਏ। ਹੁਣ 320 ਕਿੱਥੋਂ ਆਇਆ, ਜਦੋਂ 1% 40 ਦੇ ਬਰਾਬਰ ਤਾਂ 8% ਕਿੰਨੇ ਦੇ ਬਰਾਬਰ ਹੋਊਗਾ 320 ਦੇ, ਗੁਣਾ 100, ਠੀਕ ਹੈ ਜੀ। ਪ੍ਰਿੰਸੀਪਲ ਇੱਥੇ ਆਪਣੇ ਕੋਲ ਪ੍ਰਿੰਸੀਪਲ ਕਿੰਨਾ ਉਹ ਦੇਖੋ, ਵਿਆਜ ਬਣਦਾ 320, 320 ਨੂੰ ਅਮਾਊਂਟ ਦੇ ਵਿੱਚੋਂ ਮਾਈਨਸ ਕਰਾਂਗੇ ਆਪਾਂ, ਇੱਥੇ ਵੀ ਪ੍ਰਿੰਸੀਪਲ ਕਿੰਨਾ ਬਣੂਗਾ 2000, ਕਿਉਂਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਵੀ ਪ੍ਰਿੰਸੀਪਲ ਦੋਨੇ ਸਾਈਡ ਕੀ ਸੀਗਾ ਸੇਮ। ਇੱਥੇ ਕਿੰਨਾ ਆ ਜਾਊਗਾ, ਇੱਥੇ ਆਪਣੇ ਕੋਲ ਆਰ ਕਿੰਨੀ ਆਊਗੀ 8%, ਠੀਕ ਹੈ। 0 ਨਾਲ 0 ਕੈਂਸਲ, ਇੱਥੇ ਕਿੰਨਾ ਆ ਗਿਆ 4, 4 ਨੂੰ 200 ਤੇ ਕੈਂਸਲ ਕੀਤਾ 50, ਤੇ 50 ਨੂੰ 100 ਤੇ ਕੈਂਸਲ ਕੀਤਾ 2 ਸਾਲ, ਠੀਕ ਹੈ ਜੀ। ਇੱਧਰ ਵੀ ਟਾਈਮ ਕਿੰਨਾ ਆਇਆ 2 ਸਾਲ, ਇੱਧਰੋਂ ਵੀ ਟਾਈਮ ਕਿੰਨਾ ਆਇਆ 2 ਸਾਲ। ਆਪਾਂ ਇੱਕ ਤੋਂ ਹੀ ਆਨਸਰ ਕੱਢ ਸਕਦੇ ਹਾਂ, ਠੀਕ ਹੈ। 2 ਸਾਲ ਗੰਦ ਥੋੜਾ ਜਿਹਾ ਜ਼ਿਆਦਾ ਵੱਜ ਗਿਆ, ਮਾੜਾ ਧਿਆਨ ਨਾਲ ਨੋਟ ਕਰ ਲਓ। ਅਗਲਾ ਕੁਐਸਚਨ ਜੀ, the simple interest on a certain sum of money at 5% per annum for 8 years is 840। ਪਹਿਲਾਂ ਫਸਟ ਲਾਈਨ ਤੋਂ ਲਿਖ ਲਈਏ, ਉਹ ਕਹਿੰਦੇ ਜਿਹੜਾ ਜੀ ਸਿੰਪਲ ਇੰਟਰਸਟ ਉਹ ਬਣਦਾ ਜੀ 840, ਟਾਈਮ ਕਿੰਨਾ ਜੀ 8 ਸਾਲ, ਤੇ ਆਰ ਕਿੰਨੀ ਹੈ ਜੀ, ਪ੍ਰਿੰਸੀਪਲ ਆਪਾਂ ਇੱਥੋਂ ਕੱਢ ਸਕਦੇ ਹਾਂ, ਪ੍ਰਿੰਸੀਪਲ ਵਾਲਾ ਫਾਰਮੂਲਾ। ਉਹਦੇ ਰੇਟ ਆਫ ਇੰਟਰਸਟ ਫॉर ਵਿਚ ਦਾ ਸੇਮ ਅਮਾਊਂਟ ਆਫ ਇੰਟਰਸਟ ਕੈਨ ਬੀ ਰਿਸੀਵਡ ਔਨ ਦਾ ਸੇਮ ਸਮ ਆਫਟਰ 5 ਈਅਰ। ਉਹ ਕਹਿੰਦੇ ਜੀ ਜੇਕਰ ਆਪਾਂ ਨੂੰ ਸੇਮ ਹੀ ਇੰਟਰਸਟ ਚਾਹੀਦਾ ਹੋਵੇ, ਪ੍ਰਿੰਸੀਪਲ ਵੀ ਪਹਿਲਾਂ ਵਾਲਾ ਹੀ ਹੋਵੇ, ਤੇ ਟਾਈਮ ਦੱਸੋ ਕਿੰਨਾ ਲੱਗੂਗਾ, ਸੌਰੀ ਆਰ ਦੱਸੋ ਕਿੰਨੀ ਹੋਊਗੀ ਜੇਕਰ ਆਪਾਂ ਟਾਈਮ 8 ਸਾਲ ਦੀ ਬਜਾਏ 5 ਸਾਲ ਕਰੀਏ। ਦੇਖੋ ਤੁਸੀਂ ਆਪ ਹੀ ਸਿਆਣੇ ਹੋ ਵੀ ਜਿਹੜਾ ਵਿਆਜ ਆਪਾਂ ਨੂੰ 8 ਸਾਲਾਂ 'ਚ ਆ ਰਿਹਾ, ਜੇ ਆਪਾਂ ਨੂੰ ਉਹੀ ਵਿਆਜ 5 ਸਾਲਾਂ 'ਚ ਚਾਹੀਦਾ ਤੇ ਆਪਣੇ ਕੋਲ ਪ੍ਰਿੰਸੀਪਲ ਤਾਂ ਸੇਮ ਆ, ਇਹਦਾ ਮਤਲਬ ਆਪਾਂ ਨੂੰ ਆਰ ਕੀ ਕਰਨੀ ਪੈਣੀ ਆ, ਇੰਕਰੀਜ਼ ਕਰਨੀ ਪੈਣੀ ਆ, ਆਰ ਦੀ ਵੈਲਿਊ ਵੱਧ। ਜੇ ਆਪਾਂ ਬਾਈ ਆਪਸ਼ਨ ਦੇਖੀਏ ਤਾਂ ਸਾਰੀਆਂ ਵੈਲਿਊ ਸੀ ਕੀ ਨੇ ਆਰ ਦੀਆਂ ਵੱਧ, ਠੀਕ ਹੈ ਜੀ। ਇਸ ਲਈ ਬਾਈ ਆਪਸ਼ਨ ਦਾ ਪੰਗਾ ਆਪਾਂ ਲੈਣਾ, ਕੰਮ ਸੌਖਾ ਹੀ ਹੈ, ਕੋਈ ਔਖਾ ਨਹੀਂ। ਪਹਿਲਾਂ ਤੁਸੀਂ ਪ੍ਰਿੰਸੀਪਲ ਦੀ ਵੈਲਿਊ ਕੱਢੋ, ਪ੍ਰਿੰਸੀਪਲ ਦਾ ਫਾਰਮੂਲਾ ਕੀ ਹੁੰਦਾ ਜੀ, ਐਸ ਆਈ ਗੁਣਾ 100 ਡਿਵਾਈਡ ਬਾਈ ਆਰ ਇੰਟੂ 840 ਗੁਣਾ 100 ਡਿਵਾਈਡ ਬਾਈ 8 ਗੁਣਾ ਆ 5 ਆਰ ਆ ਤੇ 8 ਕੀ ਆ ਆਪਣੇ ਸਾਲ। ਇਹਨੂੰ ਇੱਥੇ ਕੈਂਸਲ ਕੀਤਾ 8 × 8 05, 105 ਆ ਗਏ, 5 ਨੂੰ ਇੱਥੇ ਕੈਂਸਲ ਕੀਤਾ ਕਿੰਨਾ ਆ ਗਿਆ 21, ਤਾਂ ਪ੍ਰਿੰਸੀਪਲ ਕਿੰਨਾ ਬਣ ਗਿਆ 2100। ਉਹੀ 2100 ਆਪਾਂ ਇੱਥੇ ਰੱਖਣਾ ਜੀ। ਹੁਣ ਆਪਾਂ ਕੀ ਕੱਢਣੀ ਆ ਆਰ, ਆਰ ਦਾ ਕੀ ਫਾਰਮੂਲਾ ਹੁੰਦਾ ਐਸ ਆਈ ਗੁਣਾ 100 ਪੀ ਇੰਟੂ ਟੀ। ਐਸ ਆਈ ਕਿੰਨਾ ਬਣਾਉਣਾ ਜੀ ਆਪਾਂ 840, ਦੇਖੋ ਇੱਧਰ ਲਿਖਿਆ ਹੋਇਆ ਨਾ,
ਸੇਮ ਅਮਾਊਂਟ ਆਫ ਇੰਟਰਸਟ ਕੈਨ ਬੀ ਰਿਸੀਵਡ 840 ਉਨਾ ਹੀ ਚਾਹੀਦਾ ਗੁਣਾ 100 ਤੇ ਪ੍ਰਿੰਸੀਪਲ ਵੀ ਕੀ ਆ ਸੇਮ ਹੀ ਸਮ ਆ 2100 ਰੁਪਈਆ ਹੀ ਆ ਤੇ ਟਾਈਮ ਹੁਣ ਕਿੰਨੇ ਸਾਲਾਂ 'ਚ ਚਾਹੀਦਾ ਜੀ ਆਪਾਂ ਨੂੰ ਆ ਦੇਖੋ ਲਿਖਿਆ ਹੋਇਆ 5 ਸਾਲ ਉਹੀ ਵਿਆਜ ਕਿੰਨੇ ਸਾਲਾਂ 'ਚ ਚਾਹੀਦਾ 2 ਜ਼ੀਰੋਆਂ ਨਾਲ 2 ਜ਼ੀਰੋਆਂ ਕਰ 21 ਚੌਂਕਾ 84 ਹੁੰਦੇ ਆ ਤੇ ਇਹਨੂੰ ਇੱਥੇ ਕੈਂਸਲ ਕੀਤਾ ਕਿੰਨਾ ਆ ਗਿਆ 8%। ਕੰਮ ਉਲਟ ਹੋ ਗਿਆ ਕੀ ਹੋ ਗਿਆ ਜੀ ਉਲਟ ਹੋ ਗਿਆ ਸਿੱਧਾ ਵੀ ਇਹਨੂੰ ਕੀਤਾ ਜਾ ਸਕਦਾ ਸੀ ਦੇਖੋ ਧਿਆਨ ਨਾਲ ਆਪਾਂ ਇੱਕ ਕੁਐਸਚਨ ਕੀਤਾ ਸੀ ਲਾਸਟ ਵੀਕ ਜਿਹਦੇ ਵਿੱਚ ਆਰ ਤੇ ਟਾਈਮ ਨੂੰ ਆਪਾਂ ਇਕੋ ਰੱਖਿਆ ਸੀਗਾ ਠੀਕ ਆ ਇੱਥੇ 8 ਸਾਲ ਆ ਟਾਈਮ ਸੌਰੀ ਇੱਥੇ 5% ਸੀ ਆਰ ਇੱਥੇ ਟਾਈਮ ਕਿੰਨਾ ਸੀਗਾ 5 ਸਾਲ ਸੀਗਾ ਜਦੋਂ ਇਹ ਦੋਨੇ ਇਕੁਅਲ ਹੋ ਗਏ ਤਾਂ ਬਾਅਦ ਚ ਇੱਧਰਲਾ ਟਾਈਮ ਤੇ ਆਰ ਇਕੁਅਲ ਹੋਣਗੇ ਤੁਸੀਂ ਸਿੱਧਾ ਆਨਸਰ ਲਾ ਸਕਦੇ ਹੋ ਬਟ ਜੇ ਕਿਤੇ ਇਕੁਅਲ ਨਾ ਹੋਣ ਜਿਵੇਂ ਇੱਧਰ 5% ਸੀਗੀ ਯਾਰ ਤੇ ਇੱਧਰ ਟਾਈਮ 5 ਸਾਲ ਰੱਖਿਆ ਫਿਰ ਆਪਾਂ ਸਿੱਧਾ ਆਨਸਰ ਨਹੀਂ ਲਾ ਸਕਦੇ ਮਤਲਬ ਇਹਦੇ ਟਾਈਮ ਨੂੰ ਆਪਾਂ ਇਹਦੀ ਆਰ ਨਹੀਂ ਮੰਨ ਸਕਦੇ ਠੀਕ ਹੈ ਵੈਸੇ ਮੰਨ ਸਕਦੇ ਉਲਟ ਹੋਇਆ ਇੱਧਰ 8 5 ਆ ਇੱਧਰ 5 8 ਹੈ ਠੀਕ ਹੈ ਜੀ ਬਟ ਉਹਦੇ ਮੰਨਾਂਗੇ ਜੇ ਆਪਾਂ ਇੱਧਰਲੇ ਪਾਸੇ ਦੋਹਾਂ ਦੇ ਵਿੱਚ ਇੱਕ ਵੈਲਿਊ ਸੇਮ ਦਿੱਤੀ ਹੋਊਗੀ ਆਪਾਂ ਠੀਕ ਹੈ ਜੇ ਇਹ ਮੰਨ ਲਓ ਇੱਥੇ 5 ਸਾਲ ਦੇ ਵਿੱਚ 6 ਸਾਲ ਹੁੰਦਾ ਫਿਰ ਇਹ 8 ਨਹੀਂ ਆਉਣਾ ਸੀ ਆਨਸਰ ਦਾ ਇਹ ਲਈ ਤੁੱਕਾ ਲਾਉਣ ਦੀ ਕੋਸ਼ਿਸ਼ ਨਾ ਕਰਿਓ ਠੀਕ ਹੈ ਆਨਸਰ ਕੱਢ ਕੇ ਵੇਖ ਲਓ ਜੀ ਜੇ ਸੇਮ ਆ ਮੰਨ ਲਓ ਜਿਵੇਂ ਇੱਥੇ 5% ਸੀ ਇੱਥੇ 5 ਸਾਲ ਆ ਤੇ ਫਿਰ ਤੁਸੀਂ ਇੱਧਰਲੇ ਪਾਸੇ 8 ਸਾਲ ਆ ਤੇ ਇਹਦੀ ਆਰ ਨੂੰ 8% ਲਿਖ ਸਕਦੇ ਹੋ ਬਿਨਾਂ ਸੋਚੇ ਸਮਝੇ ਠੀਕ ਹੈ ਜੀ 8% ਆਪਣਾ ਆਨਸਰ ਅਗਲਾ ਕੁਐਸਚਨ ਦੇਖੋ ਇਫ ਦਾ ਸਿੰਪਲ ਇੰਟਰਸਟ ਔਨ ਰੁਪੀਜ਼ 1 1 ਰੁਪਏ ਉੱਤੇ ਆਪਾਂ ਵਿਆਜ ਕੱਢਣਾ ਜੀ ਦਿੱਤਾ ਹੀ ਹੋਇਆ ਸੌਰੀ 1 ਮੰਥ ਇਜ਼ 1 ਪੈਸਾ ਉਹ ਕਹਿੰਦੇ ਜੀ 1 ਰੁਪਏ ਉੱਤੇ 1 ਮਹੀਨੇ ਦਾ 1 ਪੈਸਾ ਵਿਆਜ ਲੱਗਦਾ ਆਪਾਂ ਰੇਟ ਪਰਸੈਂਟ ਪਰ ਐਨਮ ਦੱਸਣਾ ਹੁਣ ਗੱਲ ਸੁਣੋ ਪਰ ਐਨਮ ਦਾ ਕੀ ਮਤਲਬ ਹੁੰਦਾ ਜੀ ਸਾਲ ਜਿਹੜਾ ਆਪਾਂ ਨੂੰ ਵਿਆਜ ਦਿੱਤਾ ਹੋਇਆ ਜੀ ਉਹ ਦਿੱਤਾ ਹੋਇਆ 1 ਮਹੀਨੇ ਦਾ 1 ਪੈਸਾ 1 ਮਹੀਨੇ ਦਾ 1 ਪੈਸਾ ਤੇ 1 ਮੰਥ ਦਾ ਤੇ ਆਪਣੇ ਕੋਲੇ ਮੰਥ ਕਿੰਨੇ ਹੁੰਦੇ ਆ ਜੀ 12 ਤੇ 12 ਮੰਥ ਦੇ ਵਿੱਚ ਕਿੰਨੇ ਪੈਸੇ ਵਿਆਜ ਆਊਗਾ ਕਿਹਦੇ ਉੱਤੇ 1 ਰੁਪਏ ਤੇ ਕਿਹਦੇ ਉੱਤੇ 1 ਰੁਪਏ ਠੀਕ ਹੈ ਜੀ ਹੁਣ ਗੱਲ ਸੁਣੋ ਧਿਆਨ ਨਾਲ ਆਪਾਂ ਕੱਢਣਾ ਰੇਟ ਆਫ ਇੰਟਰਸਟ ਤੇ ਮੈਂ ਤੁਹਾਨੂੰ ਰੇਟ ਆਫ ਇੰਟਰਸਟ ਦਾ ਫਾਰਮੂਲਾ ਦੱਸਿਆ ਸੀਗਾ ਇੰਟਰਸਟ ਆਫ 1 ਈਅਰ ਡਿਵਾਈਡ ਬਾਈ ਪ੍ਰਿੰਸੀਪਲ ਗੁਣਾ 100 ਇਹਦੇ ਤੋਂ ਆਪਾਂ R% ਕੱਢ ਸਕਦੇ ਦੇਖੋ 1 ਸਾਲ ਦਾ ਵਿਆਜ ਕਿੰਨਾ ਬਣ ਰਿਹਾ 12 ਪੈਸੇ ਦੁਬਾਰਾ ਸੁਣ ਲਓ 1 ਮਹੀਨੇ 'ਚ 1 ਪੈਸਾ ਵਿਆਜ ਲੱਗਦਾ ਤਾਂ 12 ਮਹੀਨਿਆਂ 'ਚ ਕਿੰਨੇ ਲੱਗਣਗੇ 12 ਪੈਸੇ ਵਿਆਜ ਆਊ ਠੀਕ ਹੈ ਜੀ 12 ਪੈਸੇ ਡਿਵਾਈਡ ਬਾਈ ਪ੍ਰਿੰਸੀਪਲ ਕਿੰਨਾ ਜੀ ਆਪਣਾ 1 ਰੁਪਏ ਗੁਣਾ ਆਪਾਂ ਇਹਨੂੰ ਕੈਂਸਲ ਨਹੀਂ ਕਰ ਸਕਦੇ ਕਿਉਂਕਿ ਉੱਪਰ ਪੈਸੇ ਆ ਨੀਚੇ ਰੁਪਏ 12 ਪੈਸੇ ਲਿਖ ਦਿਓ ਤੇ ਰੁਪਏ ਵਿੱਚ ਕਿੰਨੇ ਪੈਸੇ ਹੁੰਦੇ ਆ 100 ਗੁਣਾ ਕਿੰਨਾ ਆ ਗਿਆ ਠੀਕ ਹੈ ਜੀ ਤਾਂ ਕਿੰਨਾ ਬਣ ਗਿਆ ਜੀ ਆਪਣਾ 12% ਆ ਗਿਆ ਠੀਕ ਹੈ ਜੀ ਇੱਕ ਕੁਐਸਚਨ ਹੋਰ ਹੁੰਦਾ ਜਿਵੇਂ ਆਪਣੇ ਲੋਕਲ ਵਿਆਜ ਚੱਲਦਾ ਮੰਨ ਲਓ ਆਪਾਂ ਕਿਸੇ ਤੋਂ 10,000 ਰੁਪਇਆ ਲੈ ਲਿਆ ਇੱਕ ਕਨਸੈਪਟ ਸਮਝਣ ਵਾਲਾ ਉਹ ਆਪਾਂ ਨੂੰ ਕਹਿ ਰਿਹਾ ਜੀ ਤੁਹਾਨੂੰ 2 ਰੁਪਏ ਸੈਂਕੜੇ ਵਿਆਜ ਲੱਗੂ 2 ਰੁਪਏ ਸੈਂਕੜੇ ਜਿਹੜਾ ਇਹ ਵਿਆਜ ਹੁੰਦਾ ਨਾ 2 ਰੁਪਏ ਸੈਂਕੜੇ ਹੁੰਦੇ 100 ਰੁਪਏ ਉੱਤੇ 2 ਰੁਪਏ ਸੈਂਕੜੇ ਵਿਆਜ ਲੱਗ ਰਿਹਾ ਤੇ ਆਪਾਂ ਨੂੰ ਲੱਗਦਾ ਵੀ 100 ਉੱਤੇ 2 ਰੁਪਏ ਵਿਆਜ ਲੱਗ ਰਿਹਾ ਤੇ 2% ਵਿਆਜ ਬਣ ਰਿਹਾ ਨਹੀਂ ਅਸਲ 'ਚ ਇਹਦੇ ਵਿੱਚ ਵਿਆਜ 2% ਨਹੀਂ ਬਣਦਾ ਹੁੰਦਾ ਜਿਹੜੇ 2 ਰੁਪਏ ਸੈਂਕੜੇ ਕਹਿੰਦੇ ਹੁੰਦੇ ਆ ਨਾ ਇਹ 1 ਮੰਥ ਦਾ ਹੁੰਦਾ ਠੀਕ ਕਿੰਨੇ ਟਾਈਮ ਦਾ ਹੁੰਦਾ 1 ਮੰਥ ਦਾ ਹੁੰਦਾ ਇਹਦੇ 'ਚ ਜੇ ਮੰਨ ਲਓ ਤੁਹਾਡੇ ਤੋਂ ਆਰ ਪੁੱਛ ਲਈ ਜਾਵੇ ਤਾਂ ਆਰ ਕੱਢਣੀ ਸੌਖੀ ਹੁੰਦੀ ਹੈ ਜਿੰਨੇ ਵੀ ਇੱਥੇ ਰੁਪਏ ਲੱਗ ਰਹੇ ਆ 100 ਨੂੰ ਉਹਨੂੰ 12 ਨਾਲ ਗੁਣਾ ਕਿੰਨੇ ਬਣ ਜਾਣਗੇ 24 ਰੁਪਏ ਦੇਖੋ 100 ਰੁਪਏ ਉੱਤੇ 2 ਰੁਪਏ ਵਿਆਜ ਲੱਗਦਾ 1 ਮਹੀਨੇ ਉਸੇ 100 ਰੁਪਏ ਉੱਤੇ 12 ਮਹੀਨਿਆਂ ਦਾ ਵਿਆਜ ਕਿੰਨਾ ਲੱਗੂਗਾ 12 ਗੁਣਾ ਠੀਕ ਹੈ ਤੇ ਇਹਦਾ ਮਤਲਬ ਆਰ ਕਿੰਨੇ ਪਰਸੈਂਟ ਆ ਜੂਗੀ 24% ਠੀਕ ਹੈ ਇਹ ਗੱਲ ਦਾ ਖਿਆਲ ਰੱਖਣਾ ਠੀਕ ਹੈ ਤੇ ਇਹਦੇ ਉੱਤੇ ਸਾਲ ਦਾ ਵਿਆਜ ਕਿੰਨਾ ਆ ਜੂਗਾ 10,000 ਦਾ 24% ਕਿੰਨਾ ਹੁੰਦਾ 24 ਰੁਪਏ ਹੁਣ ਦੇਖ ਲਓ ਜੇ ਤੁਹਾਨੂੰ ਕਹਿ ਦੇ ਕੋਈ ਵੀ 2.5% ਵਿਆਜ ਲੱਗ ਰਿਹਾ ਸੌਰੀ 2.5 ਰੁਪਏ ਪ੍ਰਤੀ ਸੈਂਕੜਾ ਵਿਆਜ ਲੱਗ ਰਿਹਾ ਤੁਸੀਂ ਕੀ ਕਰਨਾ 2.5 ਨੂੰ 12 ਨਾਲ ਗੁਣਾ ਕਰ ਦੇਣਾ ਠੀਕ ਹੈ ਜੀ ਕਿੰਨਾ ਆ ਜਾਊਗਾ 30 ਇਹਦਾ ਮਤਲਬ ਵਿਆਜ ਕਿੰਨਾ ਪੈ ਰਿਹਾ 30% ਪਰ ਐਨਮ ਪੈ ਰਿਹਾ ਆ ਜਿਹੜਾ 2.5 ਆ ਉਹ 1 ਮਹੀਨੇ ਦਾ ਵਿਆਜ ਠੀਕ ਆ ਓਕੇ ਜੇ ਤੁਸੀਂ ਕਦੇ ਸੁਣਿਆ ਹੋਵੇ ਵੀ 10 ਰੁਪਏ ਸੈਂਕੜੇ ਵੀ ਵਿਆਜ ਲਾਉਂਦਾ ਜੀ ਕੋਈ ਤੇ 10 ਰੁਪਏ ਸੈਂਕੜੇ ਦਾ ਮਤਲਬ ਹੁੰਦਾ ਜੀ 120% ਜਿਹਦੇ ਨੂੰ 12 ਨਾਲ ਗੁਣਾ ਕਰਾਂ ਠੀਕ ਹੈ 120% ਦਾ ਮਤਲਬ ਕਿ ਵੀ ਜੇ ਕੋਈ 100 ਰੁਪਇਆ ਧਾਰਾ ਲਿਆ ਤਾਂ 120 ਰੁਪਏ ਦਾ ਵਿਆਜ ਹੀ ਦੇਊਗਾ ਉਹਨੂੰ 220 ਰੁਪਏ ਮੋੜਨੇ ਪੈਣੇ ਆ ਜਿਹਨੇ 10,000 ਰੁਪਇਆ ਲੈ ਲਿਆ
ਹੁਣ 10 ਰੁਪਏ ਸੈਂਕੜੇ ਦੇ ਹਿਸਾਬ ਨਾਲ 12,000 ਰੁਪਇਆ ਵਿਆਜ ਬਣੂ, ਉਹਦਾ ਸਾਲ ਦਾ ਤੁਹਾਨੂੰ 22,000 ਰੁਪਇਆ ਵਾਪਸ ਕਰਨਾ ਪੈਣਾ ਜੀ। ਬਹੁਤ ਜ਼ਿਆਦਾ ਵਿਆਜ ਹੁੰਦਾ 10 ਰੁਪਏ ਸੈਂਕੜੇ। A sum of rupees 800 amounts to rupees 920 in 8 years at a simple interest। ਉਹ ਕਹਿੰਦੇ ਜੀ ਆਪਾਂ 800 ਰੁਪਇਆ ਵਿਆਜ ਤੇ ਦਿੱਤਾ, 8 ਸਾਲਾਂ ਬਾਅਦ ਦੇਖਿਆ ਤਾਂ 920 ਰੁਪਏ ਬਣੇ ਸੀ। ਇੱਥੇ 8 ਸਾਲ ਨਹੀਂ, ਸੌਰੀ ਇੱਥੇ 3 ਸਾਲ ਆ, 3 ਈਅਰ, ਗਲਤ ਟਾਈਪ। 3 ਸਾਲਾਂ ਬਾਅਦ ਦੇਖਿਆ ਤਾਂ 920 ਰੁਪਏ ਬਣ ਗਏ ਸੀ। ਮਤਲਬ 920 ਰੁਪਏ ਕੀ ਆਪਣੀ ਅਮਾਊਂਟ, 900 ਵਿੱਚੋਂ 920 ਚੋਂ 800 ਮਾਈਨਸ ਕਰਾਂਗੇ ਤਾਂ ਆਪਣਾ ਵਿਆਜ ਕਿੰਨਾ ਬਣ ਜੂਗਾ ਜੀ, 120 ਰੁਪਏ। ਕਿੰਨੇ ਟਾਈਮ 'ਚ? ਉਹ ਕੀ ਕਹਿ ਰਹੇ ਆ, ਇੰਟਰਸਟ ਰੇਟ ਇਜ਼ ਇਨਕਰੀਜ਼ਡ ਬਾਈ 3%। ਜੋ ਵੀ ਇੱਥੇ ਆਰ ਲੱਗੀ ਆ, ਆਪਾਂ ਨੂੰ ਨਹੀਂ ਪਤਾ ਵੀ ਆਪਾਂ ਨੇ ਕਿੰਨੀ ਆਰ ਮਿਲ ਰਹੀ ਹੈ ਆਪਾਂ ਨੂੰ, ਠੀਕ ਹੈ ਜੀ। ਤੇ ਉਹ ਕਹਿ ਰਹੇ ਵੀ ਜੇਕਰ 3% ਆਰ ਵਧਾ ਦਿੱਤੀ ਜਾਵੇ ਤਾਂ ਫਿਰ ਆਪਣੀ ਅਮਾਊਂਟ ਕਿੰਨੀ, ਇਹ ਕੁਐਸਚਨ ਹੈ ਜੀ ਆਪਣਾ। ਇਹ ਵੀ ਪੇਪਰ 'ਚ ਆਇਆ ਹੋਇਆ ਜੀ ਕੁਐਸਚਨ, ਮੈਂ ਆਪ ਕੀਤਾ ਹੈ, ਪਤਾ ਮੈਨੂੰ ਯਾਦ ਨਹੀਂ ਕਿਹੜੇ ਪੇਪਰ 'ਚ, ਮੈਂ ਤਾਂ ਹੀ ਲਿਖਿਆ ਸੀਗਾ, ਮੈਨੂੰ ਹੁਣ ਯਾਦ ਆਇਆ ਵੀ ਇੱਥੇ 3 ਆ, ਮੈਂ 8 ਗਲਤ ਲਿਖਿਆ। ਦੇਖੋ ਗੱਲ ਨੂੰ ਧਿਆਨ ਨਾਲ ਸਮਝੋ, ਮੰਨ ਲਓ ਵੀ ਆਪਾਂ ਬੈਂਕ ਦੇ ਵਿੱਚ 800 ਰੁਪਇਆ ਜਮ੍ਹਾਂ ਕਰਾ ਦਿੱਤਾ, ਆਪਾਂ ਨੂੰ ਬੈਂਕ ਕੋਈ ਨਾ ਕੋਈ ਵਿਆਜ ਦੇ ਰਿਹਾ, ਆਪਾਂ 3 ਸਾਲਾਂ ਬਾਅਦ ਜਾਂਦੇ ਹਾਂ, ਤੁਸੀਂ ਜਾ ਕੇ ਦੇਖਿਆ ਤਾਂ ਉੱਥੇ 920 ਰੁਪਏ ਵਿਆਜ ਸੀ, ਉਹ ਆਪਣੇ ਪੈਸੇ ਪਏ ਸੀ, ਇਹਦਾ ਮਤਲਬ 120 ਰੁਪਏ ਵਿਆਜ ਬਣ ਗਿਆ। ਇਹਦੇ ਤੋਂ ਆਪਾਂ ਆਰ ਕੱਢ ਸਕਦੇ ਕਿਵੇਂ, ਐਸ ਆਈ ਗੁਣਾ 100 ਡਿਵਾਈਡ ਬਾਈ ਪੀ ਇੰਟੂ 120 ਰੁਪਏ ਵਿਆਜ ਆਇਆ ਗੁਣਾ 100 ਡਿਵਾਈਡ ਬਾਈ ਪੀ ਕਿੰਨਾ ਜੀ ਆਪਣੇ ਕੋਲ 800 ਤੇ ਟਾਈਮ ਕਿੰਨਾ 3। ਦੋ ਜੀਰੋਆਂ ਨਾਲ ਦੋ ਜੀਰੋਆਂ ਕੈਂਸਲ, ਇਹਨੂੰ ਆਪਾਂ 8 ਉੱਪਰ ਕੈਂਸਲ ਕੀਤਾ 15 ਤੇ ਇਹਨੂੰ ਇਹਦੇ ਉੱਤੇ ਕੈਂਸਲ ਕੀਤਾ, ਆਰ ਕਿੰਨੀ ਆ ਗਈ ਆਪਣੇ ਕੋਲੇ 5। ਠੀਕ ਹੈ ਜੀ। ਹੁਣ ਦੇਖੋ ਆਰ ਇੱਥੇ 5% ਲੱਗ ਰਹੀ ਹੈ, ਉਹ ਕਹਿੰਦੇ ਜੇਕਰ ਆਪਾਂ ਆਰ ਨੂੰ ਕਿੰਨਾ ਵਧਾ ਦਈਏ 3%। ਦੇਖੋ ਪ੍ਰਿੰਸੀਪਲ ਤਾਂ ਰਹੂਗਾ 8 ਟਾਈਮ ਵੀ ਕਿੰਨਾ ਰਹੂਗਾ 3 ਸਾਲ ਤੇ, ਬਟ ਆਰ ਨੂੰ 3 ਵਧਾ ਦਿੱਤਾ ਗਿਆ ਤਾਂ ਕਿੰਨੀ ਹੋ ਜੂਗੀ 8% ਹੋ ਜੂਗੀ। ਹੁਣ ਆਪਾਂ ਦੱਸਣਾ ਵੀ ਅਮਾਊਂਟ ਕਿੰਨੀ ਬਣਦੀ, ਹੁਣ ਆਪਾਂ ਐਸਾ ਹੀ ਕੱਢ ਲਾਂਗੇ 800 ਗੁਣਾ 8 ਗੁਣਾ 3 ਡਿਵਾਈਡ ਬਾਈ 100, 64 ਕੀ ਆ 192। ਹੁਣ ਵਿਆਜ ਕਿੰਨਾ ਆਊਗਾ 192 ਤੇ ਅਮਾਊਂਟ ਕਿੰਨੀ ਬਣੂਗੀ, ਅਮਾਊਂਟ ਕੀ ਹੁੰਦੀ ਹੈ ਪ੍ਰਿੰਸੀਪਲ ਪਲੱਸ ਅਮਾਊਂਟ, ਸੌਰੀ ਇੰਟਰਸਟ 800 ਪਲੱਸ 192 ਕਿੰਨਾ ਹੋ ਗਿਆ 992। ਅਮਾਊਂਟ ਕਿੰਨੀ ਬਣੂਗੀ 992। ਬਟ ਇਹਨੂੰ ਸੌਖਾ ਵੀ ਕੀਤਾ ਜਾ ਸਕਦਾ, ਦੇਖੋ ਆਪਣੀ ਪਹਿਲਾਂ ਅਮਾਊਂਟ ਕਿੰਨੀ ਆ 920 ਰੁਪਏ, 800 ਦੇ 920 ਰੁਪਏ ਬਣ ਗਏ ਕਿੰਨੇ ਸਾਲਾਂ 'ਚ 3 ਸਾਲਾਂ 'ਚ। ਠੀਕ ਹੈ ਜੀ। ਆਪਾਂ ਨੂੰ ਨਹੀਂ ਪਤਾ ਵੀ 5% ਆ ਰਿਹਾ, ਆਪਣੇ ਕੋਲ ਸਿਰਫ ਆ ਕਿੰਨਾ ਕੁਐਸਚਨ ਆ ਵੀ 800 ਰੁਪਇਆ ਆਪਣਾ 920 ਰੁਪਏ ਬਣ ਗਏ 3 ਸਾਲਾਂ। ਠੀਕ ਹੈ ਜੀ। ਆਪਾਂ ਦੱਸਣਾ ਵੀ ਜੇਕਰ ਆਰ ਨੂੰ 3% ਹੋਰ ਵਧਾ ਦਿੱਤਾ ਜਾਵੇ ਤਾਂ ਆਪਣੀ ਅਮਾਊਂਟ ਨਹੀਂ ਬਣੇ। ਦੇਖੋ ਇਹਦੇ ਵਿੱਚ ਕੋਈ ਨਾ ਕੋਈ ਆਰ ਤਾਂ ਲੱਗੀ ਹੈ, ਵੈਸੇ ਤਾਂ ਆਨਸਰ ਕੱਢਿਆ 5%, ਬਟ ਆਪਾਂ ਨੂੰ ਨਹੀਂ ਪਤਾ ਜਦੋਂ ਆਪਾਂ ਕੁਐਸਚਨ ਕਰ ਰਹੇ ਹਾਂ ਵੀ ਕਿੰਨੀ ਆਰ ਲੱਗੀ, ਕੁਛ ਨਾ ਕੁਛ ਤਾਂ ਲੱਗਿਆ ਹੀ ਹੋਊਗਾ 2 4 5 7 ਜੋ ਵੀ ਲੱਗਿਆ। ਆਪਾਂ ਕਿੰਨਾ ਵਿਆਜ ਹੋਰ ਲਾਉਣਾ 3%, ਉਹ ਵਿਆਜ ਕੀ ਤੇ ਲੱਗੂ ਪ੍ਰਿੰਸੀਪਲ ਤੇ। ਤੁਸੀਂ ਕੀ ਕਰੋ ਜਿੰਨਾ ਵੀ ਉਹ ਪਰਸੈਂਟ ਵਧਾਉਣ ਨੂੰ ਕਹਿ ਰਹੇ ਆ ਓਨੇ % ਵਿਆਜ ਕੱਢ ਦਿਓ ਜਿੰਨਾ ਟਾਈਮ ਦਿੱਤਾ ਹੈ। 800 ਉੱਤੇ 3% ਦੇ ਹਿਸਾਬ ਨਾਲ 3 ਸਾਲਾਂ ਦਾ ਵਿਆਜ ਕੱਢ ਦਿਓ, ਕਿਉਂਕਿ 3% ਆਪਾਂ ਫਾਲਤੂ ਲਾਉਣਾ। 8 ਤੀਆ 24, 24 ਤੀਆ ਕਿੰਨੇ ਹੋ ਗਏ 72। ਇਹਦਾ ਮਤਲਬ ਕਿ ਪਹਿਲਾਂ ਨਾਲੋਂ 72 ਰੁਪਏ ਵਿਆਜ ਆਪਾਂ ਨੂੰ ਫਾਲਤੂ ਹੋਊਗਾ ਤੇ 920 ਤਾਂ ਅਮਾਊਂਟ ਆਪਣੇ ਕੋਲ ਪਹਿਲਾਂ ਹੀ ਆ ਤੇ ਉਹਦੇ 'ਚ 72 ਜੋੜਾਂਗੇ ਤਾਂ ਕਿੰਨਾ ਬਣ ਜੂਗਾ 992 ਰੁਪਏ ਆਪਣਾ। ਇਹਨੂੰ ਆਪਾਂ ਇਦਾਂ ਵੀ ਕਰ, ਠੀਕ ਹੈ ਜੀ। ਸੌਰੀ ਕੱਟ ਹੋ ਗਿਆ ਮੇਰੇ ਤੋਂ। ਲਾਸਟ ਕੁਐਸਚਨ ਤੇ ਸੀਗੇ ਆਪਾਂ ਮੇਰੇ ਹਿਸਾਬ ਨਾਲ, ਹਾਂਜੀ ਇਸੇ ਤੇ ਸੀਗੇ ਆਪਾਂ, ਲਾਸਟ ਕੁਐਸਚਨ ਕਰ ਲਿਆ ਸੀਗਾ 992 ਰੁਪਏ ਆਪਣਾ ਬਣਦਾ ਸੀ ਆਨਸਰ। ਤੇ ਇਸ ਆਪਣੀ ਇਹ ਲਾਸਟ ਵੀਡੀਓ ਸੀ ਅੱਜ ਸਿੰਪਲ ਇੰਟਰਸਟ ਦੀ। ਇਸ ਤੋਂ ਬਾਅਦ ਆਪਾਂ ਸੀਆਈ ਕਰਾਂਗੇ ਡਿਟੇਲ ਦੇ ਵਿੱਚ, ਫਿਰ ਐਸਆਈ ਤੇ ਸੀਆਈ ਦੇ ਮਿਕਸ ਕੁਐਸਚਨ ਕਰਾਂਗੇ ਐਂਡ ਤੇ, ਜਿਹੜੇ ਐਗਜ਼ਾਮ ਦੇ ਵਿੱਚ ਆਏ ਹੋਏ ਜਿਵੇਂ P+B ਦੇ ਐਗਜ਼ਾਮ ਹੈਗੇ ਆ, ਉਹ ਸੌਰੀ ਮੇਰੇ ਕੋਲ ਪੇਪਰ ਪਏ ਹੋਏ ਆ ਪਟਵਾਰੀ ਦੇ ਜਾਂ ਹੋਰ,
ਜੋ ਵੀ ਜਿੱਥੋਂ ਵੀ ਕੁਐਸਚਨ ਮਿਲੇ ਆਪਾਂ ਇੰਪੋਰਟੈਂਟ ਕੁਐਸਚਨ ਕਰਾਂਗੇ ਇਹਨਾਂ ਦੇ, ਠੀਕ ਹੈ ਜੀ। ਤੇ ਜੇ ਤੁਸੀਂ ਮੇਰਾ ਆਫਲਾਈਨ ਬੈਚ ਜੁਆਇਨ ਕਰਨਾ ਚਾਹੁੰਦੇ ਹੋ, ਵੈਸੇ ਤਾਂ ਹੁਣ ਪੰਜਾਬ ਪੁਲਿਸ ਦੀਆਂ ਪੋਸਟਾਂ ਵੀ ਆ ਰਹੀਆਂ ਨੇ। ਪਹਿਲਾਂ ਮੈਂ ਪੰਜਾਬ ਪੁਲਿਸ ਦਾ ਬੈਚ ਚਲਾਇਆ ਸੀ, 15 ਤੋਂ 20 ਬੱਚਿਆਂ ਨੇ ਕਲੀਅਰ ਕੀਤਾ ਸੀਗਾ। ਕੁਛ ਕੁ ਨਹੀਂ ਟਰਾਇਲ ਟੱਪੇ, ਕੁਛ ਕੁ ਟੱਪ ਗਏ। ਟਰਾਇਲ ਦੀ ਆਪਣੀ ਜ਼ਿੰਮੇਵਾਰੀ ਨੇ, ਆਪਣਾ ਕੰਮ ਆ ਪੇਪਰ ਟਪਾਉਣਾ। ਤੁਸੀਂ ਸਾਡੀ ਅਕੈਡਮੀ ਵਿਜ਼ਿਟ ਕਰ ਸਕਦੇ ਹੋ, ਨੀਅਰ ਮੰਗਾ ਪੈਟਰੋਲ ਪੰਪ, ਮਲੋਟ ਰੋਡ, ਸ਼੍ਰੀ ਮੁਕਤਸਰ ਸਾਹਿਬ। ਆ ਮੇਰਾ ਫੋਨ ਨੰਬਰ ਆ, ਮੈਨੂੰ ਕਾਲ ਕਰ ਸਕਦੇ ਹੋ। ਕੋਈ ਡਾਊਟ ਹੋਵੇ ਮੈਂ ਤਾਂ ਤੁਸੀਂ ਮੈਨੂੰ ਇਹਦੇ ਉੱਪਰ ਵਟਸਐਪ ਕਰ ਸਕਦੇ ਹੋ, ਤੁਹਾਨੂੰ ਆਨਸਰ ਮਿਲ ਜੂਗਾ ਵੀਡੀਓ ਬਣਾ ਕੇ, ਠੀਕ ਹੈ ਜੀ। ਤੇ ਇਸ ਵੀਡੀਓ ਦਾ ਜੋ ਵੀ PDF ਆ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ 'ਤੇ ਮਿਲ ਜੂਗਾ। ਕਾਂਤੀ ਅਕੈਡਮੀ ਮੁਕਤਸਰ ਸਰਚ ਕਰੋਗੇ ਤਾਂ ਸਾਡਾ ਚੈਨਲ ਮਿਲ ਜੂਗਾ। ਥੈਂਕ ਯੂ।